हेलो डियर स्टूडेंट्स, अज अपना जो टॉपिक है वो है एप्लीकेशनस ऑफ डेरीवेटिव्स। ਅਸੀਂ ਡੈਰੀਵੇਟਿਵਸ ਦੇ ਬਾਰੇ ਪੜ੍ਹਿਆ ਹੈ। ਹੁਣ ਅਸੀਂ ਪੜ੍ਹਨੀ ਆ ਉਹਦੀਆਂ ਕੀ ਐਪਲੀਕੇਸ਼ਨਸ ਹੋ ਸਕਦੀ। ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੇ ਪਹਿਲਾਂ ਫਾਰਮੂਲੇ ਪੜ੍ਹੇ ਆ ਮੈਂਸੂਰੇਸ਼ਨ ਦੇ, ਖੇਤਰ ਮਿਤੀ ਦੇ, ਅਸੀਂ ਪਹਿਲਾਂ ਉਹਨਾਂ ਨੂੰ ਰਿਵਾਈਜ਼ ਕਰਾਂਗੇ ਥੋੜ੍ਹੇ ਜਿਹੇ, ਜਿਹੜੇ ਫਾਰਮੂਲੇ ਅਸੀਂ ਇਸ ਲੈਸਨ ਦੇ ਵਿੱਚ ਯੂਜ਼ ਕਰਾਂਗੇ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਹੈਗਾ ਰੈਕਟੈਂਗਲ ਦਾ ਫਾਰਮੂਲਾ। ਰੈਕਟੈਂਗਲ ਦੇ ਫਾਰਮੂਲੇ ਅਸੀਂ ਪੜ੍ਹੇ ਸੀਗੇ ਏਰੀਆ ਤੇ ਪੈਰੀਮੀਟਰ ਫਾਈਂਡ ਕਰਨ ਦੇ। ਉਹ ਕਿਵੇਂ ਸੀਗੇ ਵੀ ਜੇ ਸਾਨੂੰ ਉਹਦੀ ਲੈਂਥ ਤੇ ਬ੍ਰੈਡਥ ਪਤਾ ਹੈ ਰੈਕਟੈਂਗਲ ਦੀ, ਤਾਂ ਅਸੀਂ ਉਹਦਾ ਪੈਰੀਮੀਟਰ ਫਾਈਂਡ ਕਰ ਸਕਦੇ ਹਾਂ। P ਇਕੁਅਲਸ ਟੂ in the 2 plus 2 into L plus B and area equals to L into B, length into breadth। ਇਸੇ ਤਰ੍ਹਾਂ ਸਕੁਆਇਰ ਦੇ ਫਾਰਮੂਲੇ ਅਸੀਂ ਪੜ੍ਹੇ ਸੀਗੇ ਵੀ ਜੇ ਸਾਨੂੰ ਸਕੁਆਇਰ ਦੀ ਇੱਕ ਸਾਈਡ ਪਤਾ ਹੈ, ਇਹਦੀਆਂ ਸਾਰੀਆਂ ਸਾਈਡਸ ਹੀ ਕਿਉਂਕਿ ਬਰਾਬਰ ਹੁੰਦੀਆਂ ਤੇ ਇੱਕ ਸਾਈਡ ਪਤਾ ਤਾਂ ਸਾਰੀਆਂ ਹੀ ਉਨੀਆਂ ਹੋਣਗੀਆਂ। ਇਹਦਾ ਪੈਰੀਮੀਟਰ ਕਿੰਨਾ ਹੋ ਜਾਏਗਾ 4S, ਤੇ ਏਰੀਆ ਦਾ ਜਿਹੜਾ ਫਾਰਮੂਲਾ ਹੁੰਦਾ ਸਾਈਡ ਇਨਟੂ ਸਾਈਡ, ਭੁਜਾ ਦਾ ਸਕੁਆਇਰ ਜਿਹਨੂੰ ਆਪਾਂ ਕਹਿੰਦੇ ਸੀ, ਸਾਈਡ ਦਾ ਸਕੁਆਇਰ। ਨੈਕਸਟ ਆਪਣੇ ਕੋਲ ਹੈ ਸਰਕਲ। ਸਰਕਲ ਦੀ ਜੇ ਸਾਨੂੰ ਰੇਡੀਅਸ ਪਤਾ R, ਤਾਂ ਅਸੀਂ ਇਹਦੀ ਸਰਕਮਫਰੈਂਸ ਤੇ ਏਰੀਆ ਦੇ ਫਾਰਮੂਲੇ ਪੜ੍ਹੇ ਸੀਗੇ। ਸਰਕਮਫਰੈਂਸ C ਇਕੁਅਲਸ ਹੁੰਦਾ 2πr ਤੇ ਏਰੀਆ A ਇਕੁਅਲ ਟੂ πr ਸਕੁਆਇਰ। ਇਹ ਸਿੰਪਲ ਫਾਰਮੂਲੇ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਸਾਰੇ। ਨੈਕਸਟ ਆਪਣੇ ਕੋਲੇ ਕਿਊਬੋਇਡ। ਕਿਊਬੋਇਡ ਦੀ ਜੇ ਸਾਨੂੰ ਲੈਂਥ, ਬ੍ਰੈਡਥ ਤੇ ਹਾਈਟ ਤਿੰਨ ਚੀਜ਼ਾਂ ਪਤਾ ਹੋਣ, ਅਸੀਂ ਲੈਟ ਕਰ ਲਈਆਂ ਵੀ L, B ਤੇ H ਨੇ, ਉਹ ਆਪਾਂ ਇੱਥੇ ਨੋਟ ਡਾਊਨ ਕਰ ਲੈਂਦੇ ਹਾਂ। ਇਹਦੀ ਜਿਹੜੀ ਲੈਂਥ ਹੈ L ਹੈ, ਬ੍ਰੈਡਥ B, ਹਾਈਟ H। ਹੁਣ ਇਹਦੇ ਜੇ ਸਾਨੂੰ ਤਿੰਨੇ ਚੀਜ਼ਾਂ ਪਤਾ ਹੈ ਤਾਂ ਅਸੀਂ ਇਹਦੀ ਸਰਫੇਸ ਏਰੀਆ ਫਾਈਂਡ ਕਰ ਸਕਦੇ ਹਾਂ। ਸਰਫੇਸ ਏਰੀਆ ਦੇ ਵਿੱਚ ਕੀ ਨੇ 6 ਸਰਫੇਸਿਸ ਨੇ। ਇੱਕ ਤਾਂ ਇਹਦੀ ਆ ਹੇਠਾਂ ਵਾਲੀ ਸਰਫੇਸ, ਇੱਕ ਉੱਪਰ, ਇੱਕ ਲੈਫਟ ਸਰਫੇਸ, ਇੱਕ ਰਾਈਟ ਸਰਫੇਸ, ਇੱਕ ਫਰੰਟ ਵਾਲੀ, ਇੱਕ ਬੈਕ ਵਾਲੀ। 6 ਸਰਫੇਸਿਸ ਨੇ। 6 ਦੀਆਂ 6 ਹੀ ਸਾਡੇ ਕੋਲ ਰੈਕਟੈਂਗਲਸ ਨੇ, ਤੇ ਰੈਕਟੈਂਗਲ ਦਾ ਏਰੀਆ ਅਸੀਂ ਜਾਣਦੇ ਹਾਂ ਲੈਂਥ ਇਨਟੂ ਬ੍ਰੈਡਥ ਹੁੰਦਾ। ਤਾਂ ਜਿਹੜਾ ਹੇਠਲਾ ਰੈਕਟੈਂਗਲ ਹੈ ਇਹਦੀ ਜਿਹੜੀ ਹੈਗੀ ਹੈ ਉਹ ਏਰੀਆ ਕੀ ਹੋਏਗਾ LB, ਲੈਂਥ ਇਨਟੂ ਬ੍ਰੈਡਥ। ਆ ਲੈਂਥ ਤੇ ਬ੍ਰੈਡਥ ਦਾ ਅਸੀਂ ਮਲਟੀਪਲਾਈ ਕਰ। ਇਸੇ ਤਰ੍ਹਾਂ ਜਿਹੜੀ ਉੱਪਰ ਵਾਲੀ ਹੈ ਉਹ ਵੀ LB, ਤੇ ਜਿਹੜੀ ਲੈਫਟ ਸਾਈਡ ਵਾਲੀ ਸਰਫੇਸ ਹੈ ਉਹਦਾ ਏਰੀਆ B ਇੰਟੂ H ਹੋ ਜਾਏਗਾ, ਤੇ ਰਾਈਟ ਹੈਂਡ ਵਾਲੀ ਦਾ ਵੀ B ਇੰਟੂ H ਹੋ ਜਾਏਗਾ, ਤੇ ਜਿਹੜੀ ਫਰੰਟ ਵਾਲੀ ਸਾਡੀ ਸਰਫੇਸ ਹੈ ਉਹਦਾ ਏਰੀਆ ਹੋ ਜਾਏਗਾ HL, ਹਾਈਟ ਤੇ ਲੈਂਥ ਦਾ ਮਲਟੀਪਲੀਕੇਸ਼ਨ। ਇਸੇ ਤਰ੍ਹਾਂ ਲਾਸਟ ਵਾਲੀ ਜਿਹੜੀ ਹੈ ਪਿਛਲੀ ਸਾਈਡ ਵਾਲੀ, ਉਹਦਾ ਏਰੀਆ ਵੀ HL। ਹੁਣ ਇਹ ਕੀ ਬਣ ਗਿਆ 2LB, ਆਹ 2BH, ਆਹ ਦੋਨੇ ਜੁੜ ਕੇ ਹੋ ਗਏ 2H। ਇਹਦੇ ਚੋਂ 2 ਕਾਮਨ ਕੱਢਿਆ, LB ਪਲੱਸ BH ਪਲੱਸ HL। ਆਹੀ ਸਾਡਾ ਜਿਹੜਾ ਹੈਗਾ ਟੋਟਲ ਸਰਫੇਸ ਏਰੀਆ। ਸਰਫੇਸ ਏਰੀਆ ਆਫ ਵਾਲਸ। ਵਾਲਸ ਦੇ ਵਿੱਚ ਕੀ ਹੈ, ਉਹ ਉੱਪਰਲੀ ਤੇ ਹੇਠਲੀ ਜਿਹੜੀ ਸਰਫੇਸ ਹੈ ਉਹਨਾਂ ਦੇ ਏਰੀਆ ਨੂੰ ਅਸੀਂ ਛੱਡ ਦਈਏ ਤਾਂ ਕੀ ਬਚੂਗਾ 2BH ਬਚ ਜੂਗਾ ਪਲੱਸ 2HL ਬਚ ਜੂਗਾ। ਇਹਦੇ ਚ 2H ਕਾਮਨ ਕੱਢਿਆ, L ਪਲੱਸ B ਬਚੂਗਾ। ਆਹੀ ਸਾਡੀ ਟੋਟਲ ਸਰਫੇਸ ਏਰੀਆ ਆਫ ਵਾਲਸ। ਨੈਕਸਟ ਹੈਗਾ ਸਰਫੇਸ ਏਰੀਆ ਆਫ ਬੇਸ। ਏਰੀਆ ਆਫ ਬੇਸ, ਇਹ ਸਾਨੂੰ ਪਤਾ ਹੈ ਹੇਠਲਾ ਏਰੀਆ, ਹੇਠਲੀ ਬੇਸ, ਹੇਠਲੀ ਸਰਫੇਸ ਦਾ ਏਰੀਆ L ਇੰਟੂ B, ਤੇ ਲਾਸਟ ਦੇ ਵਿੱਚ ਹੈ ਵੋਲਿਊਮ। ਇਹ ਤਿੰਨ ਜਿਹੜੇ ਸੀਗੇ ਉੱਪਰਲੇ ਆਹ ਵਾਲੇ, ਇਹ ਤਾਂ ਸੀਗੇ ਤਿੰਨੇ ਹੀ ਏਰੀਆ ਦੇ ਫਾਰਮੂਲੇ। ਹੁਣ ਅਸੀਂ ਲਾਸਟ ਦੇ ਵਿੱਚ ਵੋਲਿਊਮ ਦੇਖਣਾ। ਵੋਲਿਊਮ ਕੀ ਹੁੰਦਾ ਹੈ ਹਮੇਸ਼ਾ ਹੀ ਇਹਨਾਂ ਇਸ ਫਿਗਰ ਦੇ ਵਿੱਚ, ਬੇਸ ਦਾ ਏਰੀਆ ਮਲਟੀਪਲਾਈਡ ਬਾਈ ਹਾਈਟ। ਬੇਸ ਦਾ ਏਰੀਆ ਹੈਗਾ L ਇੰਟੂ B ਤੇ ਹਾਈਟ ਹੈਗੀ H, ਤਾਂ L ਇੰਟੂ B ਇੰਟੂ H। ਤਾਂ ਆਹ 4 ਫਾਰਮੂਲੇ ਅਸੀਂ ਕਿਊਬੋਇਡ ਦੇ ਯਾਦ ਰੱਖਣੇ। ਨੈਕਸਟ ਆਪਣੇ ਕੋਲ ਕਿਊਬ। ਇਹਦੀਆਂ ਸਾਰੀਆਂ ਸਾਈਡਸ ਬਰਾਬਰ ਹੁੰਦੀਆਂ, ਇਸ ਕਰਕੇ ਅਸੀਂ ਲੈਟ ਕਰ ਲਿਆ LB ਈਚ ਸਾਈਡ ਆਫ ਦਾ ਕਿਊਬ।
ਕਿਊਬ ਦੀ ਹਰੇਕ ਸਾਈਡ L ਹੈ ਤਾਂ ਅਸੀਂ ਨੋਟਿਸ ਕਰਦੇ ਹਾਂ ਵੀ ਇਹਦੇ ਵਿੱਚ ਜਿੰਨੀਆਂ ਵੀ ਸਰਫੇਸਿਸ ਬਣਦੀਆਂ ਨੇ ਕਿਊਬ ਦੀਆਂ ਉਹ ਸਾਰੀਆਂ ਸਕੁਆਇਰਸ ਦੀਆਂ ਫਾਰਮ ਦੇ ਵਿੱਚ ਹੈ ਤੇ ਇੱਕ ਸਕੁਆਇਰ ਦਾ ਜਿਹੜਾ ਏਰੀਆ ਹੁੰਦਾ ਉਹ ਸਾਈਡ ਦਾ ਸਕੁਆਇਰ ਬਰਾਬਰ ਹੁੰਦਾ ਸਾਈਡ ਇਨਟੂ ਸਾਈਡ ਤਾਂ ਇਹਦੇ ਕਿਉਂਕਿ ਸਾਈਡ L ਹੈ ਤਾਂ ਇੱਕ ਸਕੁਆਇਰ ਦਾ ਏਰੀਆ L ਸਕੁਆਇਰ ਹੋ ਜਾਏਗਾ ਤਾਂ ਇਹਦੇ ਵਿੱਚ 6 ਸਕੁਆਇਰਸ ਹੋਣ ਕਰਕੇ ਸਾਰੇ ਸਕੁਆਇਰਸ ਦਾ ਏਰੀਆ ਕੀ ਹੋ ਜਾਏਗਾ 6L ਸਕੁਆਇਰ ਤਾਂ ਇਹੀ ਇਹਦਾ ਟੋਟਲ ਸਰਫੇਸ ਏਰੀਆ ਹੋ ਜਾਏਗਾ ਤੇ ਵੋਲਿਊਮ ਜਿਵੇਂ ਤੁਸੀਂ ਵੋਲਿਊਮ ਉੱਤੇ ਦੇਖਿਆ ਸੀਗਾ ਸਿਲੰਡਰ ਦਾ ਵੋਲਿਊਮ L ਇੰਟੂ B ਇੰਟੂ H ਤਾਂ ਇਹਦੇ ਵਿੱਚ ਕਿਉਂਕਿ ਤਿੰਨੇ ਸਾਈਡਸ ਹੀ L ਤਾਂ ਉਹ ਹੋ ਜਾਊਗਾ L ਇੰਟੂ L ਯਾਨੀ V ਇਕੁਅਲ ਟੂ L ਕਿਊਬ ਇਹ ਸੀਗੇ ਦੋ ਫਾਰਮੂਲੇ ਕਿਊਬ ਦੇ। ਨੈਕਸਟ ਸਾਡੇ ਕੋਲ ਸਿਲੰਡਰ ਦੇ ਵਿੱਚ ਜੇ ਸਾਨੂੰ ਇਹਦੀ ਰੇਡੀਅਸ R ਤੇ ਇਹਦੀ ਹਾਈਟ H ਪਤਾ ਹੋਵੇ ਤਾਂ ਅਸੀਂ ਇਹਦੇ ਸਰਫੇਸ ਏਰੀਆ ਤੇ ਵੋਲਿਊਮ ਫਾਈਂਡ ਕਰ ਸਕਦੇ। ਸਰਫੇਸ ਦੇ ਵਿੱਚ ਇਹਦੇ ਤਿੰਨ ਸਰਫੇਸਿਸ ਨੇ ਇੱਕ ਤਾਂ ਉੱਪਰਲਾ ਸਰਫੇਸ ਹੈ ਇੱਕ ਆ ਹੇਠਲਾ ਸਰਫੇਸ ਇਹ ਦੋਨੋਂ ਸਰਕਲ ਨੇ ਇੱਕ ਆ ਇਹਦੀ ਸਾਈਡ ਵਾਲੀ ਸਰਫੇਸ ਇਹਨੂੰ ਅਸੀਂ ਲੈਟਰਲ ਸਰਫੇਸ ਕਰਵ ਸਰਫੇਸ ਹੈ। ਸਭ ਤੋਂ ਪਹਿਲਾਂ ਕਰਵ ਸਰਫੇਸ ਦਾ ਏਰੀਆ ਕੀ ਹੁੰਦਾ A ਇਕੁਅਲਸ ਟੂ 2 ਪਾਈ R ਤੇ ਜੇ ਟੋਟਲ ਸਰਫੇਸ ਦਾ ਏਰੀਆ ਕੱਢਣਾ ਤਾਂ ਸਾਨੂੰ ਕੀ ਕਰਨਾ ਪਏਗਾ ਕਰਵ ਸਰਫੇਸ ਦਾ ਏਰੀਆ ਪਲੱਸ ਉੱਪਰਲੀ ਸਰਫੇਸ ਪਲੱਸ ਹੇਠਲੀ ਸਰਫੇਸ ਸਾਰਿਆਂ ਨੂੰ ਜੋੜਨਾ ਪਏਗਾ ਯਾਨੀ ਉਹ ਜਿਹੜਾ ਏਰੀਆ ਹੋਏਗਾ ਟੋਟਲ ਸਰਫੇਸ ਏਰੀਆ A ਇਕੁਅਲਸ ਟੂ 2 ਪਾਈ RH ਕਰਵ ਸਰਫੇਸ ਦਾ ਏਰੀਆ ਪਲੱਸ ਹੇਠਲੇ ਬੇਸ ਦਾ ਏਰੀਆ ਪਾਈ R ਸਕੁਆਇਰ ਉੱਪਰਲੇ ਬੇਸ ਦਾ ਏਰੀਆ ਵੀ ਪਾਈ R ਸਕੁਆਇਰ ਇਹ ਹੋ ਗਿਆ 2 ਪਾਈ RH ਪਲੱਸ 2 ਪਾਈ R ਸਕੁਆਇਰ ਇਹਦੇ ਵਿੱਚੋਂ 2 ਪਾਈ R ਆਪਾਂ ਜੇ ਕਾਮਨ ਕੱਢ ਲਈਏ H ਪਲੱਸ R ਬਣ ਜਾਂਦਾ ਆਹੀ ਸਾਡਾ ਇੱਥੇ ਤੁਸੀਂ ਨੋਟ ਕਰ ਰਹੇ ਹੋ ਆ ਜਿਹੜਾ ਹੈਗਾ ਏਰੀਆ 2 ਪਾਈ R ਪਲੱਸ H ਤੇ ਵੋਲਿਊਮ ਉਹੀ ਬੇਸ ਦਾ ਏਰੀਆ ਪਾਈ R ਸਕੁਆਇਰ ਇੰਟੂ H ਪਾਈ R ਸਕੁਆਇਰ। ਨੈਕਸਟ ਹੈ ਸਾਡੇ ਕੋਲੇ ਕੋਨ ਦੇ ਵਿੱਚ ਸਾਨੂੰ ਤਿੰਨ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਇਹਦੀ ਬੇਸ ਦੀ ਰੇਡੀਅਸ ਆ ਬੇਸ ਹੈ ਇਹਦੀ ਆ ਰੇਡੀਅਸ ਬੇਸ ਤੁਹਾਨੂੰ ਪਤਾ ਹੈ ਕੀ ਹੈ ਸਰਕਲ ਹੈ ਤੇ ਸਰਕਲ ਦੀ ਰੇਡੀਅਸ ਸਾਨੂੰ R ਪਤਾ ਹੋਣੀ ਚਾਹੀਦੀ ਹੈ ਇਹਦੀ ਸਿੱਧੀ ਉਚਾਈ H ਤੇ ਇਹਦੀ ਸਲਾਂਟ ਹਾਈਟ ਜਾਂ ਜਿਹਨੂੰ ਅਸੀਂ ਤਿਰਛੀ ਉਚਾਈ ਕਹਿੰਦੇ ਉਹ L ਇਹ ਤਿੰਨ ਚੀਜ਼ਾਂ ਜੇ ਸਾਨੂੰ ਪਤਾ ਹੈ ਤਾਂ ਅਸੀਂ ਇਹਦੇ ਸਰਫੇਸ ਏਰੀਆ ਤੇ ਵੋਲਿਊਮ ਫਾਈਂਡ ਕਰ ਸਕਦੇ ਸਭ ਤੋਂ ਪਹਿਲਾਂ ਕਰਵਡ ਸਰਫੇਸ ਏਰੀਆ A ਇਕੁਅਲ ਟੂ ਕਿੰਨਾ ਪਾਈ RL ਤੇ ਟੋਟਲ ਸਰਫੇਸ ਦੇ ਏਰੀਆ ਉਹਦੇ ਚ ਹੁਣ ਇਹ ਦੋਨੇ ਸਰਫੇਸਿਸ ਜੁੜ ਜਾਣਗੀਆਂ ਇਹਦੀ ਕਰਵ ਸਰਫੇਸ ਪਲੱਸ ਬੇਸ ਆਪਾਂ ਜੋੜ ਕੇ ਦੇਖ ਲੈਂਦੇ ਕਿਵੇਂ ਆਊਗਾ A ਇਕੁਅਲ ਟੂ ਕਰਵਡ ਸਰਫੇਸ ਹੈਗਾ ਪਾਈ RL ਤੇ ਹੇਠਾਂ ਜਿਹੜੀ ਹੇਠਲੀ ਸਰਫੇਸ ਹੈ ਉਹ ਹੈਗੀ ਹੈ ਉਹੀ ਸਰਕਲ ਹੈ ਪਾਈ R ਸਕੁਆਇਰ ਉਹਦਾ ਏਰੀਆ ਹੁੰਦਾ ਇਹਦੇ ਚੋਂ ਅਸੀਂ ਪਾਈ R ਕਾਮਨ ਕੱਢ ਲੈਂਦੇ ਹਾਂ ਤਾਂ ਇੱਥੇ ਬਚਿਆ L ਇੱਥੇ ਇੱਕ R ਬਚ ਜਾਊਗਾ ਆਹੀ ਸਾਡਾ ਫਾਰਮੂਲਾ ਤੇ ਵੋਲਿਊਮ ਦਾ ਜਿਹੜਾ ਹੈਗਾ ਉਹ ਹੁੰਦਾ ਵੋਲਿਊਮ ਇਕੁਅਲਸ ਟੂ 1/3 ਪਾਈ R ਕਿਊਬ ਪਾਈ R ਸਕੁਆਇਰ H ਤੁਸੀਂ ਨੋਟਿਸ ਕੀਤਾ ਹੋਣਾ ਆਹ ਜਿਹੜੀ ਚੀਜ਼ ਹੈ ਪਾਈ R ਸਕੁਆਇਰ H ਅਸੀਂ ਪਹਿਲਾਂ ਹੀ ਪੜ੍ਹ ਕੇ ਆਏ ਉੱਪਰ ਕੀ ਸੀਗਾ ਹੈ ਸਿਲੰਡਰ ਦਾ ਵੋਲਿਊਮ ਉਹਦਾ 1/3 1/3 ਪਾਈ R ਸਕੁਆਇਰ ਇੱਕ ਹੋਰ ਆ ਜਿਹੜੀ ਸਾਡੀ ਲਾਸਟ ਦੇ ਵਿੱਚ ਜਿਹੜਾ ਫਾਰਮੂਲਾ ਹੈਗਾ ਇਹ ਕੋਈ ਨਵਾਂ ਨਹੀਂ ਸਾਡੇ ਲਈ ਪਾਈਥਾਗੋਰਸ ਥਿਓਰਮ ਹੀ ਇਹ ਅਸੀਂ ਪੜ੍ਹੀ ਹੋਈ ਹੈ ਬਹੁਤ ਵਾਰੀ ਇੱਥੇ ਅਸੀਂ ਇਹਨੂੰ ਵਾਰੀ ਕਈ ਵਾਰ ਅਸੀਂ ਵੀ ਯੂਜ਼ ਕਰਾਂਗੇ ਤੁਸੀਂ ਆਹ ਦੇਖੋ ਆਹ ਵਾਲਾ ਇੱਕ ਕੀ ਬਣ ਗਿਆ ਸਾਡੇ ਕੋਲੇ ਰਾਈਟ ਟ੍ਰਾਇੰਗਲ ਬਣ ਗਿਆ ਜਿਹਦੇ ਵਿੱਚ ਆ ਇਹਦਾ ਹਾਈਪੋਟਿਊਨਸ ਹੈ ਆ ਪਰਪੈਂਡੀਕੂਲਰ ਹੈ ਆ ਬੇਸ ਹੈ ਤਾਂ ਸਾਨੂੰ ਪਾਈਥਾਗੋਰਸ ਥਿਓਰਮ ਪਤਾ ਹੈ L ਸਕੁਆਇਰ ਇਕੁਅਲ ਟੂ H ਸਕੁਆਇਰ ਪਲੱਸ R ਸਕੁਆਇਰ ਤਾਂ ਉਹੀ ਸਾਡੇ ਕੋਲੇ ਆਹ ਫਾਰਮੂਲਾ ਇਹ ਅਸੀਂ ਬਹੁਤ ਇੰਪੋਰਟੈਂਟ ਫਾਰਮੂਲਾ ਬੜਾ ਵਾਰੀ ਅਸੀਂ ਇਹਨੂੰ ਯੂਜ਼ ਕਰਾਂਗੇ ਕੁਐਸਚਨਸ ਦੇ ਵਿੱਚ। ਲਾਸਟ ਹੈ ਸਾਡੇ ਕੋਲੇ ਸਫੀਅਰ ਦੇ ਵਿੱਚ ਸਾਨੂੰ ਗੋਲਾ ਜਿਹਨੂੰ ਅਸੀਂ ਕਹਿੰਦੇ ਉਹਦਾ ਰੇਡੀਅਸ R ਪਤਾ ਹੋਣਾ ਚਾਹੀਦਾ ਜੇ ਇਹ ਪਤਾ ਹੋਵੇ ਤਾਂ ਇਹਦਾ ਟੋਟਲ ਸਰਫੇਸ ਏਰੀਆ A ਇਕੁਅਲਸ ਟੂ 4 ਪਾਈ R ਸਕੁਆਇਰ
ਤੇ ਜਿਹੜਾ ਵੋਲਿਊਮ ਹੈ ਉਹ ਹੁੰਦਾ V ਇਕੁਅਲਸ ਟੂ ਪਾਈ ਬਾਈ 4/3 ਪਾਈ ਆਰ ਕਿਊਬ। ਆ ਦੋਨੇ ਫਾਰਮੂਲੇ ਅਸੀਂ ਚੰਗੀ ਤਰ੍ਹਾਂ ਇਹਦੇ ਯਾਦ ਰੱਖਣੇ। ਇਸ ਪ੍ਰਕਾਰ ਬੇਟੇ ਜਿੰਨੇ ਕੁ ਅਸੀਂ ਫਾਰਮੂਲੇ ਇਸ ਚੈਪਟਰ ਦੇ ਵਿੱਚ ਯੂਜ਼ ਕਰਨੇ ਉਹ ਸਾਰੇ ਇੱਕ ਵਾਰੀ ਅਸੀਂ ਰਿਮਾਈਂਡ ਕਰ ਲਏ, ਯਾਦ ਕਰ ਲਏ। ਹੁਣ ਸਾਡੇ ਲਈ ਕੁਐਸਚਨਸ ਦੇ ਵਿੱਚ ਦਿੱਕਤ ਨਹੀਂ ਆਏ। ਆਓ ਹੁਣ ਆਪਾਂ ਫਸਟ ਐਪਲੀਕੇਸ਼ਨ ਆਫ ਡੈਰੀਵੇਟਿਵ ਡਿਸਕਸ ਕਰਦੇ ਹਾਂ। ਪਹਿਲੀ ਐਪਲੀਕੇਸ਼ਨ ਹੈ ਅਸੀਂ ਇਹਨੂੰ ਡੈਰੀਵੇਟਿਵ ਨੂੰ ਐਜ਼ ਅ ਰੇਟ ਆਫ ਚੇਂਜ ਆਫ ਕੁਆਂਟੀਟੀਜ਼ ਯੂਜ਼ ਕਰ ਸਕਦੇ। ਕਿਵੇਂ? ਅਸੀਂ ਹਰ ਰੋਜ਼ ਦੇਖਦੇ ਹਾਂ ਡੇਲੀ ਲਾਈਫ ਦੇ ਵਿੱਚ ਅਸੀਂ ਏਰੀਆ, ਵੋਲਿਊਮ, ਡੈਂਸਿਟੀ ਵਰਗੀਆਂ ਕਈ ਕੁਆਂਟੀਟੀਜ਼ ਨਾਲ ਸਾਡਾ ਵਾਹ ਪੈਂਦਾ ਹਰ ਰੋਜ਼। ਅਸੀਂ ਇਹਨਾਂ ਨਾਲ ਰੂਬਰੂ ਹੁੰਦੇ ਹਾਂ। ਇਹ ਜਿਹੜੀਆਂ ਕੁਆਂਟੀਟੀਜ਼ ਨੇ ਇਹ ਅਗਾਂਹ ਹੋਰ ਕੁਆਂਟੀਟੀਜ਼ ਦੇ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ, ਜਿਵੇਂ ਲੈਂਥ, ਬ੍ਰੈਡਥ, ਹਾਈਟ, ਰੇਡੀਅਸ ਐਟਸੈਟਰਾ। ਐਗਜ਼ਾਮਪਲ ਦੇ ਤੌਰ ਤੇ ਸਰਕਲ ਅਸੀਂ ਦੇਖਦੇ ਹਾਂ, ਸਰਕਲ ਦਾ ਜਿਹੜਾ ਏਰੀਆ ਹੁੰਦਾ ਹੈ ਪਾਈ ਆਰ ਸਕੁਆਰ, A ਇਕੁਅਲਸ ਟੂ ਪਾਈ ਆਰ ਸਕੁਆਰ। ਇਹ ਡਿਪੈਂਡ ਕਾਹਦੇ ਤੇ ਕਰਦਾ? ਰੇਡੀਅਸ ਦੇ ਉੱਪਰ। A ਦੀ ਵੈਲਿਊ ਕਾਹਦੇ ਤੇ ਡਿਪੈਂਡ ਕਰਦੀ ਹੈ? ਰੇਡੀਅਸ ਦੇ ਉੱਪਰ। R ਦੀ ਵੈਲਿਊ ਜਿਵੇਂ ਜਿਵੇਂ ਚੇਂਜ ਹੋਏਗੀ A ਦੀ ਵੈਲਿਊ ਉਵੇਂ ਉਵੇਂ ਚੇਂਜ ਹੋਏਗੀ। ਜੇ R ਜ਼ਿਆਦਾ ਹੋਏਗਾ ਏਰੀਆ ਜ਼ਿਆਦਾ ਹੋਏਗਾ, ਜੇ R ਦੀ ਵੈਲਿਊ ਘੱਟ ਹੋਏਗੀ A ਦੀ ਵੈਲਿਊ ਘੱਟ ਹੋਏਗੀ। ਆਪਾਂ ਦੇਖ ਵੀ ਸਕਦੇ ਹਾਂ ਇਹਨੂੰ। ਆਹ ਦੇਖੋ, ਆ ਇੱਕ ਸਰਕਲ ਹੈ ਜਿਹਦੀ ਰੇਡੀਅਸ ਇਸ ਟਾਈਮ ਤੇ 4 ਹੈ। ਜਿਵੇਂ ਆਪਾਂ ਰੇਡੀਅਸ ਘਟਾਵਾਂਗੇ, ਇੱਥੇ ਤੁਸੀਂ ਨੋਟ ਕਰਿਓ ਆ ਏਰੀਆ ਦੀ, ਆ ਰੇਡੀਅਸ ਹੈ। ਏਰੀਆ ਤੇ ਰੇਡੀਅਸ ਨੋਟ ਕਰੋ। ਰੇਡੀਅਸ ਇਸ ਟਾਈਮ 4 ਹੈ ਤਾਂ ਏਰੀਆ ਕਿੰਨਾ ਹੈ? 50.25 ਸਕੁਆਇਰ ਸੈਂਟੀਮੀਟਰ। ਇਹਨੂੰ ਜੇ ਆਪਾਂ ਘਟਾ ਦਾਂਗੇ ਤਾਂ ਏਰੀਆ ਕੀ ਹੈ? ਘਟਦਾ ਜਾਂਦਾ। ਜਿਵੇਂ ਜਿਵੇਂ ਰੇਡੀਅਸ ਨੂੰ ਅਸੀਂ ਇਨਕਰੀਜ਼ ਕਰਾਂਗੇ ਏਰੀਆ ਇਨਕਰੀਜ਼ ਕਰਦਾ ਜਾਏਗਾ। ਤਾਂ ਇਸੇ ਪ੍ਰਕਾਰ ਹੋਰ ਵੀ ਕੁਆਂਟੀਟੀਜ਼ ਨੇ, ਜਿਵੇਂ ਵੋਲਿਊਮ ਹੈ, ਡੈਂਸਿਟੀ ਹੈ, ਇਹ ਵੀ ਸਾਰੀਆਂ ਅੱਗੇ ਹੋਰ ਕੁਆਂਟੀਟੀਜ਼ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ। ਸਿਮਿਲਰਲੀ ਅਸੀਂ ਮੰਨੀਏ ਵੀ ਜੇ ਕੋਈ y ਕੁਆਂਟੀਟੀ ਹੈ ਜਿਹੜੀ x ਦੇ ਉੱਤੇ ਡਿਪੈਂਡ ਕਰਦੀ ਹੈ, y ਇਕੁਅਲ ਟੂ fx ਇਜ਼ ਅ ਕੁਆਂਟੀਟੀ ਡਿਪੈਂਡਸ ਔਨ x, ਦੈਨ ਕੀ ਹੋਏਗਾ? dy by dx ਹੈ, ਜਿਹਨੂੰ ਅਸੀਂ ਡੈਰੀਵੇਟਿਵ ਆਫ y ਵਿਦ ਰਿਸਪੈਕਟ ਟੂ x ਕਹਿੰਦੇ ਹਾਂ, ਜਾਂ f ਡੈਸ਼ x ਨਾਲ ਵੀ ਡਿਨੋਟ ਕਰਦੇ ਹਾਂ। ਇਹ ਕੀ ਹੈ? denotes the instantaneous rate of change of y with respect to x. Similarly ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੇਖਿਓ ਉੱਪਰ ਵਾਲੇ 'ਚ, ਜੇ ਏਰੀਆ A ਹੈਗਾ ਇਹ R ਦੇ ਉੱਤੇ ਡਿਪੈਂਡ ਕਰਦਾ, ਅਸੀਂ ਹੁਣੇ ਗੱਲ ਕਰੀ ਸੀ, ਤਾਂ dA by dR ਕੀ ਹੋਏਗਾ? ਰੇਟ ਆਫ ਚੇਂਜ ਆਫ ਏਰੀਆ ਆਫ ਸਰਕਲ ਵਿਦ ਰਿਸਪੈਕਟ ਟੂ ਰੇਡੀਅਸ R। ਇਸੇ ਤਰ੍ਹਾਂ ਨੈਕਸਟ ਜਿਹੜੀ ਇਹਦੇ 'ਚ ਗੱਲ ਅਸੀਂ ਸਮਝਣੀ ਆ ਉਹ ਹੈਗੀ ਵੀ ਜੇ dy by dx at x equals to x0, ਕੋਈ ਪੁਆਇੰਟ ਲੈ ਲਿਆ ਸੀ x equals to x0, ਜਾਂ ਇਹਨੂੰ ਅਸੀਂ f dash x0 ਵੀ ਕਹਿੰਦੇ, ਇਹ ਕੀ ਰਿਪਰੈਜ਼ੈਂਟ ਕਰਦਾ? ਇਹ ਵੀ ਰੇਟ ਆਫ ਚੇਂਜ ਆਫ y ਵਿਦ ਰਿਸਪੈਕਟ ਟੂ x ਕਰਦਾ at x equals to x0। ਜਦੋਂ x ਦੀ ਵੈਲਿਊ x0 ਹੋਏਗੀ ਉਦੋਂ ਇਹ ਰੇਟ ਆਫ ਚੇਂਜ ਕਿੰਨਾ ਹੋਏਗਾ ਉਹ ਇਸ ਚੀਜ਼ ਨਾਲ ਪਤਾ ਚੱਲੇਗਾ। ਜਿਵੇਂ ਉੱਪਰਲੇ ਐਗਜ਼ਾਮਪਲ 'ਚ ਐਸੇ ਵਾਲੇ ਰੇਟ ਆਫ ਏਰੀਆ ਆਫ ਦੇ ਸਰਕਲ ਦੇ ਐਗਜ਼ਾਮਪਲ 'ਚ ਕੀ ਹੈ? dA by dr at r equals to 2 ਲਿਖ ਦਈਏ ਤਾਂ ਇਹਦਾ ਮਤਲਬ ਕੀ ਹੋਏਗਾ? ਰੇਟ ਆਫ ਚੇਂਜ ਆਫ ਏਰੀਆ ਵਿਦ ਰਿਸਪੈਕਟ ਟੂ r when r equals to 2 units। ਠੀਕ ਹੈ ਨਾ? ਹੁਣ ਨੈਕਸਟ ਇਹਦੇ ਵਿੱਚ ਪੁਆਇੰਟ ਸਮਝਣ ਵਾਲਾ ਉਹ ਦੇਖੋ, if y changes with respect to x and x changes with respect to time t and we want to find out the rate of change of quantity y with respect to t। ਪਹਿਲਾਂ ਅਸੀਂ ਕਰਿਆ ਸੀ y ਦਾ with respect to x rate of change find ਕਰਿਆ ਸੀ। ਹੁਣ ਅਸੀਂ find ਕਰਨਾ ਚਾਹੁੰਦੇ ਹਾਂ y ਦਾ with respect to t, ਕਿਉਂਕਿ y x ਤੇ ਡਿਪੈਂਡ ਕਰਦਾ ਹੈ, x ਅੱਗੇ t ਤੇ ਡਿਪੈਂਡ ਕਰਦਾ ਹੈ। ਤਾਂ ਕੀ ਹੋਏਗਾ? y with respect to t ਅਸੀਂ find ਕਰਨਾ ਹੈ, ਤਾਂ ਅਸੀਂ ਹੁਣ ਉੱਥੇ ਕੀ ਕਰਾਂਗੇ? then it will be calculated using chain rule। chain rule ਦੀ ਹੈਲਪ ਨਾਲ ਅਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ। ਤਾਂ dy by dt ਕੱਢਣਾ ਹੋਵੇ ਤਾਂ ਕਿਵੇਂ ਨਿਕਲੇਗਾ? dy by dt ਇਕੁਅਲ ਟੂ ਹੋਏਗਾ dy by dx, ਕਿਉਂਕਿ y x ਤੇ ਡਿਪੈਂਡ ਕਰਦਾ ਹੈ, ਐਂਡ x t ਤੇ ਡਿਪੈਂਡ ਕਰਦਾ dx by dt। ਇਹਨਾਂ ਨੂੰ ਜਦੋਂ ਅਸੀਂ ਇਹਨਾਂ ਦਾ ਮਲਟੀਪਲਾਈ ਚੇਨ ਰੂਲ ਅਸੀਂ ਕਰਕੇ ਆਏ ਹੋਏ ਹਾਂ ਪਿਛਲੇ ਐਕਸਰਸਾਈਜ਼ ਦੇ ਵਿੱਚ, ਪਿਛਲੇ ਚੈਪਟਰ ਦੇ ਵਿੱਚ, ਤਾਂ dy by dt ਕਿੱਦਾਂ ਫਾਈਂਡ ਹੋਏਗਾ? dy by dx into dx by dt। ਤਾਂ ਉੱਪਰਲੇ ਐਗਜ਼ਾਮਪਲ 'ਚ ਜੇ ਅਸੀਂ ਮੰਨ ਲਓ ਕੱਢਣਾ ਹੋਵੇ ਏਰੀਆ ਦਾ ਚੇਂਜ ਵਿਦ ਰਿਸਪੈਕਟ ਟੂ ਟਾਈਮ t,
ਤਾਂ ਕੀ ਹੋਏਗਾ dA by dr ਡਾਟ dr by dt ਅਸੀਂ ਫਾਈਂਡ ਕਰ ਲਾਂਗੇ। ਹੁਣ ਇਹ 'ਚ ਕੁਝ ਗੱਲ ਇੱਕ ਨੋਟ ਅਸੀਂ ਪੁਆਇੰਟ ਨੋਟ ਕਰਨਾ ਉਹ ਹੈ ਵੀ dy by dx ਦੀ ਵੈਲਿਊ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਹੋ ਸਕਦੀ ਹੈ। ਜੇ ਪੋਜ਼ਿਟਿਵ ਕਦੋਂ ਹੋਏਗੀ ਜਦੋਂ y ਇਨਕਰੀਜ਼ ਹੋਏਗਾ ਜਿਵੇਂ ਜਿਵੇਂ x ਇਨਕਰੀਜ਼ ਹੁੰਦਾ ਹੈ y ਤੇ x ਇਕੱਠੇ ਇਨਕਰੀਜ਼ ਹੋ ਰਹੇ ਨੇ। ਜੇ x ਇਨਕਰੀਜ਼ ਹੁੰਦਾ ਤਾਂ y ਵੀ ਇਨਕਰੀਜ਼ ਹੁੰਦਾ ਤਾਂ ਉਹ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਹ dy by dx ਕੀ ਹੋਏਗਾ ਪੋਜ਼ਿਟਿਵ। ਇਹਦਾ ਉਲਟਾ ਵੀ ਹੈ ਵੀ ਜੇ x ਡਿਕਰੀਜ਼ ਹੁੰਦਾ ਤਾਂ y ਵੀ ਡਿਕਰੀਜ਼ ਹੁੰਦਾ ਤਾਂ ਉੱਥੇ ਕੀ ਹੋਏਗਾ dy by dx ਪੋਜ਼ਿਟਿਵ ਹੋਏਗਾ। ਜੇ ਉਲਟ ਹੋਵੇ ਕੰਮ ਜਿਵੇਂ ਇਹ ਨੈਗੇਟਿਵ ਕਦੋਂ ਹੋਏਗਾ ਜਦੋਂ y ਡਿਕਰੀਜ਼ ਹੋਵੇ ਐਜ਼ x ਇਨਕਰੀਜ਼ਸ। ਜਦੋਂ x ਇਨਕਰੀਜ਼ ਹੁੰਦਾ y ਦੇ x ਇਨਕਰੀਜ਼ ਹੁੰਦਾ ਤਾਂ y ਡਿਕਰੀਜ਼ ਹੁੰਦਾ ਜਾਂ x ਡਿਕਰੀਜ਼ ਹੁੰਦਾ ਤੇ y ਇਨਕਰੀਜ਼ ਹੁੰਦਾ ਉਲਟਾ ਹੁੰਦਾ ਕੰਮ ਤਾਂ ਕੀ ਹੁੰਦਾ dy by dx ਦੀ ਵੈਲਿਊ ਨੈਗੇਟਿਵ ਹੋਏਗੀ। ਹੁਣ ਆਪਾਂ ਕੁਝ ਐਗਜ਼ਾਮਪਲਸ ਇਹਦੇ ਨਾਲ ਰਿਲੇਟਡ ਡਿਸਕਸ ਕਰਦੇ ਹਾਂ। ਜਿਵੇਂ ਪਹਿਲਾ ਐਗਜ਼ਾਮਪਲ ਹੈ find the rate of change of area of circle with respect to its radius when r equals to 5 cm। ਏਰੀਆ ਕੀ ਹੁੰਦਾ a ਸਰਕਲ ਦਾ ਏਰੀਆ ਤਾਂ ਇਹਦਾ ਮਤਲਬ a ਦੀ ਵੈਲਿਊ ਕੀ ਹੋਏਗੀ ਪਾਈ r ਸਕੁਆਇਰ ਤੇ ਉਹਦਾ ਅਸੀਂ ਰੇਟ ਆਫ ਚੇਂਜ ਫਾਈਂਡ ਕਰਨਾ ਵਿਦ ਰਿਸਪੈਕਟ ਟੂ r ਯਾਨੀ ਅਸੀਂ dA by dr ਫਾਈਂਡ ਕਰਨਾ when r equals to 5। ਆ ਚੀਜ਼ ਅਸੀਂ ਫਾਈਂਡ ਕਰਨੀ ਤਾਂ ਅਸੀਂ ਇਸੇ ਲਿਖਿਆ ਹੋਇਆ ਦੇਖੋ ਵੀ ਨੋ ਦੈਟ ਦਾ ਏਰੀਆ ਆਫ ਸਰਕਲ ਕੀ ਹੈ a equals to ਪਾਈ r ਸਕੁਆਇਰ ਤਾਂ dA by dr ਕੀ ਹੋ ਗਿਆ ਇੱਥੇ ਹੁਣ ਪਾਈ ਤਾਂ ਕਾਂਸਟੈਂਟ ਹੈ r ਦਾ ਡਿਫਰੈਂਸ਼ੀਏਸ਼ਨ r ਸਕੁਆਇਰ ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ 2r ਤਾਂ ਇਹ ਕੀ ਹੋ ਜਾਊਗਾ 2 ਪਾਈ r ਐਂਡ ਜਦੋਂ r ਦੀ ਵੈਲਿਊ 5 ਹੈ ਤਾਂ dA by dr at r equals to 5 ਕੀ ਹੋ ਜਾਏਗਾ r ਦੀ ਥਾਂ ਤੇ 5 ਪੁੱਟ ਕਰ ਦੇਵਾਂਗੇ ਤੇ ਹੋ ਜਾਊਗਾ 5 to the 10 ਪਾਈ ਪਰ ਸੈਂਟੀਮੀਟਰ ਸਕੁਆਇਰ ਪਰ ਸੈਂਟੀਮੀਟਰ। ਇਹਦੇ ਚ ਆ ਜਿਹੜੀ ਯੂਨਿਟ ਹੈ ਇਹਦਾ ਗੌਰ ਕਰੋ ਤੁਸੀਂ ਉੱਪਰਲੀ ਜਿਹੜੀ ਯੂਨਿਟ ਹੈ ਉਹ ਇਹਦੀ ਹੋਏਗੀ ਏਰੀਆ ਦੀ ਯੂਨਿਟ ਕੀ ਹੁੰਦੀ ਹੈ ਸੈਂਟੀਮੀਟਰ ਸਕੁਆਇਰ ਤੇ ਰੇਡੀਅਸ ਦੀ ਯੂਨਿਟ ਕੀ ਹੁੰਦੀ ਹੈ ਸੈਂਟੀਮੀਟਰ ਤਾਂ ਸਕੁਆਇਰ ਸੈਂਟੀਮੀਟਰ पर सेंटीमीटर हो जाएगा। सेकंड एग्जांपल अपना a stone is dropped into a quiet lake। खड़ी झील खड़े पानी दे विच असीं कीता स्टोन पत्थर सिट्टिया waves move in circles at a speed of 4 centimeter per second। 4 centimeter per second ਦੀ स्पीड नाल जिहड़ी है wave आ ਉਹ बाहर ਨੂੰ मूव कर ली। when the radius of circular wave is 10 cm how fast the enclosed area is increasing। ਆਪਾਂ ਦੇਖੋ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਆ ਲੇਕ ਦੇ ਵਿੱਚ ਅਸੀਂ ਪੱਥਰ ਡ੍ਰੌਪ ਕੀਤਾ ਇਸ ਤਰ੍ਹਾਂ ਕੀ ਹੈ ਵੇਵਸ ਬਾਹਰ ਨੂੰ ਮੂਵ ਕਰਦੀਆਂ ਦੇਖੋ ਕੋਈ ਸਪੀਡ ਹੈ ਇਹਨਾਂ ਦੀ ਆ ਇਹਦਾ ਰੇਡੀਅਸ ਵੱਧ ਰਿਹਾ ਹੈ ਕਿ ਸਪੀਡ ਨਾਲ ਵੱਧ ਰਿਹਾ ਹੈ 4 cm per second ਦੀ ਸਪੀਡ ਨਾਲ। ਇਹ ਅਸੀਂ ਫਾਈਂਡ ਕਰਨਾ ਜਦੋਂ सर्कल आ वाला सर्कल है जो यदि रेडियस इतों लैके इतों तक से 10 सेंटीमीटर हो जाए उस टाइम दे विच इहदा एरिया आ वाला अंदरला एरिया कितना इंक्रीज हो रहा है किस स्पीड नाल इंक्रीज हो रहा है हाउ फास्ट द एनक्लोज्ड एरिया इज इंक्रीजिंग। तो क्वेश्चन दे विच सानू की दिता होया आह रेडियस दे इंक्रीज होने की स्पीड है विद रिस्पैक्ट टू टाइम ठीक है कि नहीं तो यानी यह dr by dt दिता होया सैकेंड है ना हेठा इत्थे पता चलेगा सानू यह की है dr by dt की वैल्यू है इक्वल्स टू 4 cm per second। ते फाइंड की करना असी फाइंड करना है हाउ फास्ट द इनक्लोज्ड एरिया इज इंक्रीजिंग। इनक्लोज्ड एरिया यानी एरिया दी किस स्पीड नाल एरिया इंक्रीज हो रहा है विद रिस्पैक्ट टू टाइम तो dA by dt फाइंड करना है एट r इक्वल्स टू 10 ਜਦੋਂ r ਦੀ ਵੈਲਿਊ 10 ਸੈਂਟੀਮੀਟਰ ਹੋਵੇ ਉਹ ਚੀਜ਼ ਅਸੀਂ ਫਾਈਂਡ ਕਰਨੀ ਤਾਂ ਆ ਚੀਜ਼ ਸਾਨੂੰ ਦਿੱਤੀ ਹੋਈ ਹੈ dr by dt ਅਸੀਂ ਫਾਈਂਡ ਕਰਨਾ dA by dt at r equals to 10 ਤਾਂ ਏਰੀਆ ਦੀ ਸਾਨੂੰ ਉਸੇ ਤਰ੍ਹਾਂ ਫਾਰਮੂਲਾ ਪਤਾ a equals to pi r ਸਕੁਆਇਰ ਹੁੰਦਾ ਤਾਂ dA by dt ਕੀ ਹੋ ਜਾਏਗਾ ਪਾਈ ਤਾਂ ਕਾਂਸਟੈਂਟ ਹੈ r ਦੇ ਡਿਫਰੈਂਸ਼ੀਏਸ਼ਨ ਹੋਏਗਾ 2r ਤੇ ਕਿਉਂਕਿ ਵਿਦ ਰਿਸਪੈਕਟ ਟੂ r ਨਹੀਂ ਹੈਗਾ ਤਾਂ dr by dt ਆਏਗਾ ਵਿਦ ਰਿਸਪੈਕਟ ਟੂ t ਡਿਫਰੈਂਸ਼ੀਏਸ਼ਨ ਕਰ ਰਹੇ ਹਾਂ ਅਸੀਂ चेन रूल असीं पढ़िया सी पिछे। हुण dr by dt की सानू वैल्यू दी है 4 असीं पुट कर देनी इत्थे तां इह की बन गया 8 पाई r कादी वैल्यू आ गई है
dA/dt ਦੀ ਵੈਲਿਊ ਆ ਗਈ 8 ਪਾਈ r। ਹੁਣ ਅਸੀਂ dA/dt ਐਟ r = 10 ਫਾਈਂਡ ਕਰਨਾ, ਤਾਂ r ਦੀ ਵੈਲਿਊ 10 ਪੁੱਟ ਕਰ ਦੇਂਗੇ, ਤਾਂ ਇਹ ਕੀ ਹੋ ਜਾਊਗਾ 80 ਪਾਈ ਸੈਂਟੀਮੀਟਰ ਸਕੁਆਇਰ ਪਰ ਸੈਕਿੰਡ। ਆ ਹੁਣ ਇਸੇ ਤਰ੍ਹਾਂ ਤੁਹਾਨੂੰ ਦੱਸਿਆ ਨਾ ਵੀ ਯੂਨਿਟ ਦੇਖੋ ਧਿਆਨ ਨਾਲ ਕਿਸ ਤਰ੍ਹਾਂ, ਉੱਪਰ a ਹੈ ਤਾਂ a ਦਾ ਤੁਹਾਨੂੰ ਪਤਾ ਯੂਨਿਟ ਕੀ ਹੁੰਦਾ, ਸਕੁਆਇਰ ਯੂਨਿਟ ਹੁੰਦਾ, ਸਕੁਆਇਰ ਸੈਂਟੀਮੀਟਰ ਅਪੋਨ ਟਾਈਮ ਦੀ ਯੂਨਿਟ ਕੀ ਦਿੱਤੀ ਹੋਈ ਹੈ ਇੱਥੇ ਸੈਕਿੰਡ, ਉਸ ਹਿਸਾਬ ਨਾਲ ਹੀ ਆਏਗੀ। ਜੇ ਇੱਥੇ ਸੈਂਟੀਮੀਟਰ ਹੈ ਤਾਂ ਏਰੀਆ ਦੀ ਹੋ ਜਾਏਗੀ ਸੈਂਟੀਮੀਟਰ ਸਕੁਆਇਰ, ਤੇ ਟਾਈਮ ਦਾ ਸੈਕਿੰਡ ਦਾ ਸੈਕਿੰਡ ਰਹੇਗਾ। ਨੈਕਸਟ ਐਗਜ਼ਾਮਪਲ ਆਪਣੀ ਵੋਲਿਊਮ ਆਫ ਕਿਊਬ ਇਜ਼ ਇਨਕਰੀਜ਼ਿੰਗ ਐਟ ਦਾ ਰੇਟ ਆਫ 9 ਸੈਂਟੀਮੀਟਰ ਕਿਊਬ ਪਰ ਸੈਕਿੰਡ। ਵੋਲਿਊਮ ਆਇਤਨ ਇਨਕਰੀਜ਼ ਹੋ ਰਿਹਾ ਹੈ 9 ਸੈਂਟੀਮੀਟਰ ਕਿਊਬ पर सेकेंड, यानी विद रिस्पेक्ट टू टाइम इंक्रीज हो रहे हैं। हाउ फास्ट द सरफेस एरिया इंक्रीजिंग व्हेन द एज ऑफ द क्यूब इज 10 सेंटीमीटर। एज कहते साइड ਨੂੰ, ਜਦੋਂ ਕਿ ਕਿਊਬ ਦੀ ਹਰੇਕ ਸਾਈਡ 10 ਸੈਂਟੀਮੀਟਰ ਹੋਵੇ, ਉਸ ਟਾਈਮ ਦੇ ਵਿੱਚ ਅਸੀਂ ਇਹਦੀ ਸਰਫੇਸ ਏਰੀਆ ਕਿਸ ਸਪੀਡ ਨਾਲ ਇਨਕਰੀਜ਼ ਹੋ ਰਿਹਾ ਅਸੀਂ ਫਾਈਂਡ ਕਰਨਾ। ਤਾਂ ਸਾਨੂੰ ਗਿਵਨ ਕੀ ਹੈ dV/dt आके दिता है वॉल्यूम इंक्रीज हो रहा है विद रिस्पेक्ट टू टाइम, तो dV/dt दिता है 9 सेंटीमीटर क्यूब पर सेकेंड, एंड वी हैव टू फाइंड dA/dt एट L = 10 सेंटीमीटर। जो एज की वैल्यू 10 सेंटीमीटर है, dA/dt एरिया फाइंड करना, आ वॉल्यूम दिता है विद रिस्पेक्ट टू t, तो असीं फाइंड करना एरिया किस स्पीड नाल इंक्रीज होएगा विद रिस्पेक्ट टू टाइम। ਤਾਂ ਸਾਨੂੰ ਪਤਾ ਹੈ ਵੋਲਿਊਮ ਦੀ ਕੀ ਵੈਲਿਊ ਹੁੰਦੀ ਹੈ, ਕਿਊਬ ਦਾ ਵੋਲਿਊਮ ਕੀ ਹੁੰਦਾ ਹੈ, V = L ਕਿਊਬ, ਅਸੀਂ ਪੜ੍ਹ ਕੇ ਆਏ ਹਾਂ ਫਾਰਮੂਲੇ। ਤਾਂ dV/dt ਕੀ ਹੋਏਗਾ, L ਕਿਊਬ ਦਾ ਡਿਫਰੈਂਸ਼ੀਏਸ਼ਨ 3L² ਨਾਲ ਆ ਜਾਏਗਾ dL/dt। 9 dV/dt ਦੀ ਵੈਲਿਊ ਸਾਨੂੰ 9 ਦਿੱਤੀ, ਉਹ ਭਰ ਦਿੰਦੇ ਅਸੀਂ, ਤਾਂ 3L² dL/dt ਇੱਥੇ ਵੈਲਿਊ ਦਿੱਤੀ ਸੀ, ਭਰ ਕੇ ਅਸੀਂ ਇੱਥੋਂ dL/dt ਦੀ ਵੈਲਿਊ ਫਾਈਂਡ, ਇਹਨੂੰ ਉੱਧਰ ਲੈ ਜਾਵਾਂਗੇ, 3L² ਨੂੰ ਇੱਧਰ ਲੈ ਜਾਵਾਂਗੇ ਤਾਂ 9 ਨਾਲ ਡਿਵਾਈਡ ਹੋ ਜਾਏਗਾ, 9/3L²। ਕੱਟ ਕੇ ਕੀ ਆ ਜਾਊਗਾ ਉੱਪਰ, ਇੱਥੇ ਜਦੋਂ ਆਪਾਂ ਕੱਟਾਂਗੇ ਤਾਂ ਉੱਪਰ ਆ ਜਾਊਗਾ 3L/L², ਤਾਂ ਇਹ dL/dt ਦੀ ਵੈਲਿਊ ਆ ਗਈ 3/L²। ਹੁਣ ਸਰਫੇਸ ਏਰੀਆ ਦੀ ਗੱਲ ਕਰਦੇ ਹਾਂ। ਨਾਓ ਸਰਫੇਸ ਏਰੀਆ ਆਫ ਕਿਊਬ ਕੀ ਹੁੰਦਾ ਹੈ, A = 6L²। ਇਹਦਾ ਅਸੀਂ ਡਿਫਰੈਂਸ਼ੀਏਸ਼ਨ ਕਰਨਾ ਵਿਦ ਰਿਸਪੈਕਟ ਟੂ t, ਕਿਉਂਕਿ ਅਸੀਂ फाइंड करना कि एरिया किस स्पीड ਨਾਲ इंक्रीज हो रहा है। तो dA/dt ਇਹ ਕੀ ਆ ਜਾਊਗਾ, 6 ਦਾ ਕਾਂਸਟੈਂਟ ਹੈ, L² ਦਾ ਡਿਫਰੈਂਸ਼ੀਏਸ਼ਨ 2L, 2 ਤੇ 6 ਮਲਟੀਪਲਾਈ ਹੋ ਕੇ 12 ਹੋ ਗਏ, 12L dL/dt, ਤੇ dL/dt ਦੀ ਅਸੀਂ ਵੈਲਿਊ ਕੱਢੀ ਇੱਥੇ ਭਰ ਦੇਣੀ ਹੈ। ਇਹਦੇ ਚ L ਨਾਲ L² ਕੱਟ ਕੇ ਹੇਠਾਂ 1L ਰਹਿ ਜਾਊਗਾ, 3 ਤੇ 12 ਦਾ ਮਲਟੀਪਲਾਈ ਹੋ ਕੇ 36 ਹੋ ਜਾਊਗਾ, 36/L ਆਂਸਰ। ਹੁਣ ਅਸੀਂ ਫਾਈਂਡ ਕਰਨਾ ਸੀਗਾ ਐਂਡ ਦੇ ਵਿੱਚ ਕਿਹਾ ਕੀ ਸੀ ਸਾਨੂੰ, ਜਦੋਂ ਕਿਊਬ ਦਾ ਐਜ 10 ਸੈਂਟੀਮੀਟਰ ਹੋਵੇ, ਯਾਨੀ L ਦੀ ਵੈਲਿਊ 10 ਹੋਵੇ, ਤਾਂ dA/dt ਐਟ L = 10, L ਦੀ ਵੈਲਿਊ 10 ਪੁੱਟ ਕਰ ਦਾਂਗੇ, ਆਨਸਰ ਆ ਗਿਆ। ਨੈਕਸਟ ਐਗਜ਼ਾਮਪਲ ਆਪਣੀ, ਦ ਲੈਂਥ x of a rectangle is decreasing at the rate of 3 centimeter per minute and width y is increasing at the rate of 2 centimeter per minute. When x = 10 centimeter and y = 6 centimeter, find the rate of change of perimeter and area of rectangle. दो सवाल ने, एक तो perimeter the rate of change find करनी है, एक area the rate of change find करनी। ख्याल करो पहला सवाल ਨੂੰ ਚੰਗੀ ਤਰ੍ਹਾਂ ਪੜ੍ਹੀਦਾ ਹੁੰਦਾ। length x is decreasing at the rate of 3 centimeter per minute, यानी ਇਹ ਹੈਗਾ dx/dt। ਇੱਥੇ ਖਿਆਲ ਕਰ ਲਓ, ਮਿੰਟ ਕਾਦੀ ਯੂਨਿਟ ਹੁੰਦੀ ਹੈ, ਟਾਈਮ ਦੀ ਯੂਨਿਟ ਹੁੰਦੀ ਹੈ, ਇਹਦਾ ਮਤਲਬ ਇਹ ਹੈਗਾ dx/dt। ਕਿਉਂਕਿ ਇਹ ਡਿਕਰੀਜ਼ ਹੋ ਰਿਹਾ ਹੈ, ਇਸ ਕਰਕੇ ਇਹਦੇ ਮੂਹਰੇ ਅਸੀਂ ਮਾਈਨਸ ਲਾਵਾਂਗੇ, t ਦੇ ਇਨਕਰੀਜ਼ ਹੋਣ ਨਾਲ x ਡਿਕਰੀਜ਼ ਹੋ ਰਿਹਾ, ਇਹਦਾ ਮਤਲਬ ਕੀ ਹੋਇਆ, dx/dt ਦੀ ਵੈਲਿਊ ਹੈਗੀ ਹੈ -3 ਸੈਂਟੀਮੀਟਰ ਪਰ ਮਿੰਟ, ਐਂਡ dy/dt ਦੀ ਵੈਲਿਊ ਇਸ ਦਿੱਤੀ ਹੋਈ ਹੈ 2 ਸੈਂਟੀਮੀਟਰ ਪਰ ਮਿੰਟ। ਅਸੀਂ ਫਾਈਂਡ ਕਰਨਾ ਹੈ ਪੈਰੀਮੀਟਰ ਦਾ ਡਿਫਰੈਂਸ਼ੀਏਸ਼ਨ, ਪੈਰੀਮੀਟਰ ਦਾ ਰੇਟ ਆਫ ਚੇਂਜ ਵਿਦ ਰਿਸਪੈਕਟ ਟੂ ਟਾਈਮ t ਐਟ
x equals to 10 and y equals to 6 ਆ ਤੁਹਾਨੂੰ ਦਿੱਤਾ ਹੋਇਆ x equals to 10 y equals to 6 ਇਸੇ ਤਰ੍ਹਾਂ dA by dt ਫਾਈਂਡ ਕਰਨਾ ਉਹ ਵੀ at x equals to 10 y equals to 3 ਤਾਂ ਪੈਰੀਮੀਟਰ ਦਾ ਫਾਰਮੂਲਾ ਫਸਟ ਆਪਾਂ ਇਹਦਾ ਪਾਰਟ ਸ਼ੁਰੂ ਕਰਦੇ ਹਾਂ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਹੈ P equals to 2L plus B ਹੁਣ L ਤੇ B ਦੀ ਥਾਂ ਤੇ x y ਸਾਨੂੰ ਦਿੱਤੇ ਹੋਏ ਲੈਂਥ x ਦੇਤੀ ਤੇ L ਦੀ ਥਾਂ ਤੇ ਅਸੀਂ x ਲਿਖ ਲਾਂਗੇ ਤੇ ਵਿਡਥ ਜਿਹੜੀ y ਦੇਤੀ ਤਾਂ b ਦੀ ਥਾਂ ਤੇ y ਲਿਖ ਲਾਂਗੇ ਇਹਨੂੰ ਵਿਦ ਰਿਸਪੈਕਟ ਟੂ t ਡਿਫਰੈਂਸ਼ੀਏਟ ਹੁੰਦਾ dp by dt ਕੀ ਹੋਏਗਾ 2x ਦਾ ਡਿਫਰੈਂਸ਼ੀਏਸ਼ਨ t by dt by dx by dt y ਦਾ ਡਿਫਰੈਂਸ਼ੀਏਸ਼ਨ dy by dt ਇਹਨਾਂ ਦੀਆਂ ਵੈਲਿਊਜ਼ ਸਾਨੂੰ ਦਿੱਤੀਆਂ ਹੋਈਆਂ ਦੋਨੋਂ ਭਰ ਦੇਣੀਆਂ ਸੀ ਤੇ ਕੀ ਆ ਗਿਆ 2 3 2 ਦਾ ਮੁੱਲ ਕਿੰਨਾ ਹੁੰਦਾ -1 ਹੋ ਜਾਊਗਾ ਤੇ -1 into 2 -2 ਸੈਂਟੀਮੀਟਰ -2 ਸੈਂਟੀਮੀਟਰ ਪਰ ਮਿੰਟ ਹੁਣ dp by dt ਫਾਈਂਡ ਕਰਨਾ ਸੀ at these values ਹੈ ਨਾ ਤਾਂ ਹੁਣ ਇਹ 'ਚ ਕਿਉਂਕਿ xy ਹੈ ਹੀ ਨਹੀਂਗਾ xy ਹੈ ਹੀ ਨਹੀਂ ਤਾਂ ਕੋਈ ਵੈਲਿਊ ਚੇਂਜ ਨਹੀਂ ਹੋਏਗੀ xy ਹੁੰਦਾ ਤਾਂ ਅਸੀਂ ਆਹ ਵੈਲਿਊਜ਼ ਪੁੱਟ ਕਰਦੇ ਤਾਂ dp by dt ਦੀ ਜੋ ਵੈਲਿਊ ਹੈ ਉਹੀ ਵੈਲਿਊ dp by dt at x equal to 10 y equal to 6 ਹੋ ਜਾਏ ਸੈਕੰਡ ਦੇ ਵਿੱਚ ਹੈਗਾ ਏਰੀਆ ਦਾ ਅਸੀਂ ਫਾਈਂਡ ਕਰਨਾ ਰੇਟ ਆਫ ਚੇਂਜ ਤਾਂ ਏਰੀਆ ਦਾ ਫਾਰਮੂਲਾ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ ਤਾਂ xy ਹੋ ਜਾਊਗਾ ਤਾਂ dA by dt ਫਾਈਂਡ ਕਰਨਾ ਹੈ ਤਾਂ ਕਿਉਂਕਿ ਇਹ ਮਲਟੀਪਲੀਕੇਸ਼ਨ ਹੈ u ਵੀ ਫਾਰਮੂਲਾ ਲੱਗੂਗਾ x ਨੂੰ ਛੱਡਤਾ dy by dx ਐਂਡ y ਨੂੰ ਛੱਡਤਾ dy by dx by dt sorry dA by dt equals to x dy by dt plus y dx by dt ਹੁਣ ਇਹਨਾਂ ਦੋਵਾਂ ਦੀਆਂ ਵੈਲਿਊਜ਼ ਇੱਥੇ ਪੁੱਟ ਕਰ ਦਿੰਦੇ ਇਹੋ ਜਿਹੀਆਂ -3x plus 2y ਹੁਣ ਕਿਉਂਕਿ x ਤੇ y ਦੀਆਂ ਵੈਲਿਊਜ਼ ਦਿੱਤੀਆਂ ਉਹ ਇੱਥੇ ਭਰ ਦਿਆਂਗੇ ਅਸੀਂ ਤਾਂ dA by dt x equals to 10y equals to 6 10y ਦੀ ਥਾਂ ਤੇ 6 ਭਰ ਦਿਆਂਗੇ ਆ ਹੋ ਜਾਊਗਾ 3 10 ਦਾ 30 ਮਾਈਨਸ ਦਾ 30 ਪਲੱਸ ਦਾ 12 -18 ਸੈਂਟੀਮੀਟਰ ਸਕੁਆਇਰ ਪਰ ਮਿੰਟ ਏਰੀਆ ਦਾ ਤੁਹਾਨੂੰ ਪਤਾ ਹੀ ਹੈ ਏਰੀਆ ਦਾ ਯੂਨਿਟ ਕੀ ਹੁੰਦਾ ਸੈਂਟੀਮੀਟਰ ਸਕੁਆਇਰ ਪਰ ਸੈਕਿੰਡ यानी एरिया की हो रहा है हम दोनों ये वैल्यू नेगेटिव आ गई नेगेटिव होने का मतलब की है एरिया डिक्रीज हो रहा है तो इस तरह पैरीमीटर भी नेगेटिव है वो भी डिक्रीज हो रहा तो ये सीगा साडा एग्जांपल 4 अपना नेक्स्ट एग्जांपल है द टोटल कॉस्ट ऑफ CX in rupees associated with the production of X units of an item is given by CX की सानू वैल्यू दी हुई है फाइंड द मार्जिनल कॉस्ट when 3 units are produced marginal cost find करनी है ਜਦੋਂ 3 units produce ਕੀਤੇ ਜਾਂਦੇ ਆ marginal cost ਦੀ ਸਾਨੂੰ ਆ definition ਦਿੱਤੀ ਹੈ where marginal cost ਵੀ means instantaneous rate of change of total cost at any level of output यानी instantaneous ਤਾਂ ਚਲੋ ਆਪਾਂ ਨੂੰ ਬੜਾ ਮਤਲਬ ਨਹੀਂ ਆਪਾਂ ਨੂੰ ਇਸ ਚੀਜ਼ ਦਾ ਮਤਲਬ ਹੈ rate of change of total cost at any level of output ਆ ਸਾਨੂੰ ਕਾਸਟ ਦਿੱਤੀ ਹੋਈ ਸੀ ਟੋਟਲ ਇਹਦੇ ਚ ਕਿੰਨਾ ਚੇਂਜ ਹੋ ਰਿਹਾ ਕਿਹੜੇ ਰੇਟ ਨਾਲ ਚੇਂਜ ਹੋ ਰਿਹਾ ਹੈ ਐਟ ਐਨੀ ਲੈਵਲ ਆਊਟਪੁੱਟ ਯਾਨੀ C ਦੀਆਂ X ਦੀਆਂ ਵੈਲਿਊਜ਼ ਲਈ ਕਿਸ ਹਿਸਾਬ ਨਾਲ ਇਹਦੀ ਜਿਹੜੀ ਹੈ ਰੇਟ ਆਫ ਚੇਂਜ ਹੈ ਹੋ ਰਹੀ ਹੈ ਯਾਨੀ ਅਸੀਂ DC by dx ਫਾਈਂਡ ਕਰਨਾ ਹੈ ਐਟ x equals to 3 ਯੂਨਿਟਸ ਜਦੋਂ ਪ੍ਰੋਡਿਊਸ ਕੀਤੇ ਜਾਂਦੇ ਮਾਰਜਨਲ ਕਾਸਟ ਕੀ ਹੈ DC by dx ਹੈ ਤੇ ਉਹ ਕਦੋਂ ਫਾਈਂਡ ਕਰਨੀ ਹੈ ਜਦੋਂ 3 ਯੂਨਿਟ ਪ੍ਰੋਡਿਊਸ ਕੀਤੇ ਜਾਂਦੇ ਆ यानी ऐसे DC by dx फाइंड करना at x equals to 3 तो CX की सानू वैल्यू दी है DC by dx फाइंड किया यानी इन्होंने डिफरेंशिएट किया विद रिस्पेक्ट टू x तो डिफरेंशिएट करने तो की होएगा आता कांस्टेंट है x क्यूब का डिफरेंशिएशन 3x स्क्वायर इत्थे x स्क्वायर का डिफरेंशिएशन 2x इत्थे x का डिफरेंशिएशन 1 आ कांस्टेंट है डिफरेंशिएशन का 0 हो जाएगा तो इंप्लाइज दैट इन्हों मल्टीप्लाई कर दो 3 ਨੂੰ ਬਾਹਰ 35 15 आंसर आ जाएगा इस तरह इन्होंने मल्टीप्लाई करता आ 30 का 30 रह गया हुण सानू कहा वैन x equals to 3 तो at x equals to 3 भरांगे तो x की वैल्यू 3 भरी जाऊगी 3 भरांगे तो 9 हो जाऊगा इत्थे 3 भरांगे 3 हो जाऊगा 30 हो जाऊगा इन्हां दा मल्टीप्लीकेशन करते हैं तो जोड़ घटाओ करके आंसर आ गया अपना नेक्स्ट एग्जांपल है total revenue in rupees received from the sale of x units of a product is given by Rx equals to Rx की वैल्यू देती है find the marginal revenue when x equals to 5 where marginal revenue we mean rate of change of total revenue
with respect to number of items sold at instant। पिछले सवाल वर्गे सवाल है ਉਹਦੇ ਚ टोटल कॉस्ट ਦਿੱਤੀ ਸੀ ਇਹਦੇ ਚ टोटल रेवन्यू ਦਿੱਤਾ आर ਉਹਦੀ वैल्यू ਸਾਨੂੰ ਦਿੱਤੀ ਹੋਈ है एक्स की है नंबर ऑफ आइटम्स सोल्ड कीतियां जिन्हें सेल कीतियां ते ਅਸੀਂ फाइंड करना है मार्जिनल रेवन्यू उत्थे मार्जिनल कॉस्ट फाइंड की सी इत्थे मार्जिनल रेवन्यू फाइंड करना जदों एक्स की वैल्यू 5 है तो मार्जिनल रेवन्यू का इतने फिर डेफिनेशन वो वर्ग हुई है रेट ऑफ चेंज ऑफ टोटल रेवन्यू यानी डी आर विद रिस्पेक्ट टू नंबर ऑफ आइटम्स सोल्ड एट इंस्टेंट यानी डी आर अपॉन डी एक्स फाइंड करना है वैन एक्स इक्वल टू 5 तो आर सानू दिता होया असीं फाइंड करना डी आर बाय डी एक्स एट एक्स इक्वल टू 5 तो आर एक्स की सानू वैल्यू दी है इन्होंने डिफरेंशिएट करता विद रिस्पेक्ट टू एक्स तो यह हो जाएगा 2x स्क्वायर का डिफरेंशिएशन 2x होएगा 2 से 3 मल्टीप्लाई होकर 6 हो गए इतने x का डिफरेंशिएशन 1 हो जाएगा 36 रह जाएगा 5 का डिफरेंशिएशन 0 तो डी आर बाई डी एक्स एट एक्स इक्वल टू 5 x की वैल्यू 5 पुट करती आ हो जाएगा 30 प्लस 36 ये हो गया 66। अपना नेक्स्ट एग्जाम्पल है अ लैडर 5 मीटर लॉन्ग लीनिंग अगेंस्ट अ वॉल एक 5 मीटर लंबी पौड़ी कंध के नाल खड़ी है बॉटम ऑफ लैडर इज पुल्ड अलोंग द ग्राउंड अवे फ्रॉम द वॉल एट द रेट ऑफ 2 सेंटीमीटर पर सेकेंड। पौड़ी का जो हेठला हिस्सा है वो ग्राउंड तो वॉल के बाहरले पासे नूं खिंचा जाता है इस रेट नाल 2 सेंटीमीटर पर सेकेंड की रेट नाल। हाउ फास्ट द हाइट ऑफ ऑन द वॉल decreasing when the foot of ladder is 4 meter away from the wall। इन्हू समझो चंगी तरह पहला तो असीं लेट कर लिए लेट x be the height of ladder on the wall and y be the distance of its foot from the wall। आ 5 मीटर लंबी एक साडे कोले लैडर है जिहदी वॉल दे उत्ते कंध दे उत्ते हाइट है जिहड़ी वो x मीटर है ते इहदा जिहड़ा बॉटम है वो वॉल तो y डिस्टेंस ते है ते ऐसे फाइंड की करना है ऐसे फाइंड करना है हाउ फास्ट इट्स हाइट ऑन द वॉल डिक्रीजिंग कितनी स्पीड नाल आ जिहड़ी हाइट है ये डिक्रीज हो रही है घट रही है तो यदा मतलब असीं डी एक्स बाई डी टी फाइंड करना है वैन जिहड़ी लैडर है वो 4 मीटर अवे यानी वैन वाई की वैल्यू 4 मीटर है 4 मीटर हो उत्थे असीं फाइंड करना डी एक्स बाई डी टी फाइंड करना वैन वाई इक्वल्स टू 4 मीटर। सानू गिवन की है सानू दिता होया डी वाई बाई डी टी आ देखो बॉटम ऑफ द लैडर इज पुल्ड अलोंग द ग्राउंड फ्रॉम द वॉल एट द रेट ऑफ 2 सेंटीमीटर पर सेकेंड। तो आ जिहड़ा इधर नूं बाहर नूं खिंच जाती है तो यदा जिहड़ा डिस्टेंस सीगा वाई वो चेंज हो रहा है तो डी वाई बाई डी टी सानू दिता होया 2 सेंटीमीटर पर सेकेंड। तो असीं फाइंड करना है डी एक्स बाई डी टी एट वाई इक्वल्स टू 4 मीटर। हुण इत्थे ख्याल करने वाली गल है जिहड़ियां डिस्टेंस दियां साडे इत्थे दो सानू यूनिट्स दित्तियां होईयां एक तां मीटर दित्ती हुई है एक सेंटीमीटर दे विच दित्ती हुई है तो सानू इहनूं कन्वर्ट करना पएगा जां तां इहनूं सेंटीमीटर बना लईए जां इहनूं मीटर बना लईए। तो आ ईजी सीगा इहनूं सेंटीमीटर बना लिया सी तो जिथे जिथे मीटर से उत्थे सेंटीमीटर बना लेंगे तो वाई इक्वल्स टू 4 मीटर की थां ते असीं हुण फाइंड की करांगे वाई इक्वल्स टू 400 सेंटीमीटर। तो आ तुहानूं नज़र आ रहा है की बन गया ये बन गया राइट ट्राइंगल। तो ये पाइथागोरस थ्योरम लगेगी तो एक्स स्क्वायर प्लस वाई स्क्वायर इक्वल्स टू की हो जाएगा 5 का स्क्वायर यानी एक्स स्क्वायर प्लस वाई स्क्वायर इक्वल्स टू 25। एनू इसे विद रिस्पेक्ट टू टी डिफरेंशिएट कर देंगे तो हो जाएगा 2 डी एक्स बाई डी टी 2 वाई डी वाई बाई डी टी इक्वल्स टू एदा डिफरेंशिएशन 0 तो 2x डी एक्स बाई डी टी डी वाई बाई डी टी की सानू वैल्यू दी हुई है 2 सेंटीमीटर तो असीं इत्थे भरता 2 इक्वल्स टू 0 इनू उधर ले जाएंगे तो डी एक्स बाई डी टी इक्वल्स टू आ जाऊगा 2x डी एक्स बाई डी टी इक्वल्स टू आ जाऊगा -4y तो डी एक्स बाई डी टी की हो गया -2y इधर जाके डिवाइड हो जाएगा 4 से 2 कट के ऊपर 2 रह जाऊगा तो 2y अपॉन इन तुसीं इत्थे
ਨੋਟ ਕਰ ਸਕਦੇ ਹੋ, ਵੇਖ ਸਕਦੇ ਹੋ। ਸਾਨੂੰ ਦਿੱਤਾ ਸੀ ਤਾਂ ਕੀ ਹੋਇਆ ਸਾਡੇ ਕੋਲ ਸੀਗਾ 2x dx/dt equals to -4y। ਤਾਂ dx/dt ਜੇ ਅਸੀਂ ਫਾਈਂਡ ਕਰਨਾ ਹੈ ਤਾਂ ਉਹ ਕਾਹਦੇ ਬਰਾਬਰ ਹੋ ਜਾਊਗਾ, -4y upon 2x। 2 ਤੇ 4 ਕੱਟ ਕੇ ਇੱਥੇ ਆ ਗਿਆ 2 ਤੇ ਆ ਗਿਆ -2y upon x। ਉਹੀ ਤੁਸੀਂ ਇੱਥੇ ਨੋਟ ਕਰ ਰਹੇ ਹੋ -2y upon x। ਤਾਂ dx/dt at y equals to 400 ਸੈਂਟੀਮੀਟਰ ਅਸੀਂ ਫਾਈਂਡ ਕਰਨਾ ਸੀਗਾ, ਪਰ ਤੁਸੀਂ ਇੱਥੇ ਨੋਟ ਕਰ ਰਹੇ ਹੋਗੇ y ਦੇ ਨਾਲ x ਵੀ ਆ ਰਿਹਾ, ਤਾਂ ਇਹਦੇ ਇਕੱਲੇ y ਦੀ ਵੈਲਿਊ ਭਰਨ ਨਾਲ ਸਾਡੇ ਕੋਲੇ ਆਨਸਰ ਨਹੀਂ ਆਉਣਾ, ਤਾਂ ਸਾਨੂੰ ਇੱਥੇ x ਦੀ ਵੈਲਿਊ ਵੀ ਚਾਹੀਦੀ ਹੈ। ਤਾਂ ਉਹਦੇ ਲਈ ਅਸੀਂ ਆਹ ਚੀਜ਼ ਇੱਥੇ ਪਾਇਥਾਗੋਰਸ ਥਿਓਰਮ ਦੇ ਵਿੱਚ ਜਿਹੜੇ ਅਸੀਂ ਸਾਡੇ ਕੋਲੇ ਆਹ ਵਾਲਾ ਰਿਜ਼ਲਟ ਸੀ 1 ਨੰਬਰ ਰਿਜ਼ਲਟ, ਉਹਦੇ 'ਚ ਅਸੀਂ x ਦੀ ਵੈਲਿਊ ਫਾਈਂਡ ਕਰਾਂਗੇ y ਦੀ ਵੈਲਿਊ ਭਰ ਕੇ। y ਦੀ ਵੈਲਿਊ ਦਿੱਤੀ ਹੈ ਸਾਨੂੰ 400 ਜਾਂ 4 ਦਿੱਤੀ ਹੈ, ਇੱਕ ਵਾਰੀ 4 ਨਾਲ ਕੱਢ ਲਓ ਤਾਂ x ਸਕੁਆਇਰ ਪਲੱਸ 4 ਦਾ ਸਕੁਆਇਰ 16 equals to 25, ਤਾਂ x ਸਕੁਆਇਰ equals to 9 ਆ ਜਾਊਗਾ। ਆ 16 ਉਧਰ ਜਾ ਕੇ ਮਾਈਨਸ ਹੋ ਗਿਆ, ਤਾਂ x equals to ਕੀ ਆ ਜਾਊਗਾ 3 ਮੀਟਰ। 3 ਮੀਟਰ ਨੂੰ ਅਸੀਂ ਸੈਂਟੀਮੀਟਰ 'ਚ ਬਦਲਾਂਗੇ, ਕਿਉਂਕਿ ਆਹ ਮੀਟਰ 'ਚ ਭਰਿਆ ਤਾਂ ਆਨਸਰ x ਦੀ ਵੈਲਿਊ ਮੀਟਰ 'ਚ ਆ ਗਈ, ਇਹਨੂੰ ਸੈਂਟੀਮੀਟਰ 'ਚ ਕਨਵਰਟ ਕਰ ਲਿਆ ਅਸੀਂ 300 ਸੈਂਟੀਮੀਟਰ। ਤਾਂ ਜਦੋਂ y ਦੀ ਵੈਲਿਊ 400 ਹੈ ਤਾਂ x ਦੀ ਵੈਲਿਊ 300 ਹੈ, ਤਾਂ ਅਸੀਂ ਇੱਥੇ ਹੁਣ ਭਰਾਂਗੇ dx/dt at x equals to 300 y equals to 400। ਇਹ ਵੈਲਿਊਜ਼ ਪੁੱਟ ਕਰ ਦੇਣੀ ਅਸੀਂ ਤੇ ਇੱਕ ਗੱਲ ਦਾ ਹੀ ਖਿਆਲ ਰੱਖਣਾ, ਜਦੋਂ ਵੀ ਸਾਨੂੰ ਇਦਾਂ ਵੈਲਿਊ ਕੱਢਣੀ ਪੈਂਦੀ ਹੈ ਤਾਂ ਅਸੀਂ ਉਹ ਵਾਲਾ ਫਸਟ ਵਾਲਾ ਜਿਹੜਾ ਸਾਡਾ ਰਿਲੇਸ਼ਨ ਹੈ, ਜਿਹੜਾ ਅਸੀਂ ਸ਼ੁਰੂ 'ਚ ਡਿਫਰੈਂਸ਼ੀਏਸ਼ਨ ਕਰਨ ਤੋਂ ਪਹਿਲਾਂ ਸਾਡੇ ਕੋਲੇ ਰਿਲੇਸ਼ਨ ਹੁੰਦਾ, ਉਹਦੇ ਵਿੱਚ ਹਮੇਸ਼ਾ ਵੈਲਿਊ ਭਰਦੇ ਹਾਂ। ਕਿਤੇ ਉਦੋਂ ਹੇਠਾਂ ਵਾਲੇ ਕਿਤੇ ਕਿਸੇ ਵੀ ਰਿਲੇਸ਼ਨ 'ਚ ਵੈਲਿਊ ਸਾਨੂੰ ਨਹੀਂ ਭਰਨੀ ਹੈਗੀ, ਇਸ ਚੀਜ਼ ਦਾ ਖਾਸ ਖਿਆਲ ਰੱਖਣਾ। ਨੈਕਸਟ ਐਗਜ਼ਾਮਪਲ ਆਪਣਾ a balloon which always remains spherical has variable diameter ਆਹ ਵਾਲਾ ਦਿੱਤਾ ਹੋਇਆ, find the rate of change of its volume with respect to x। ਇੱਕ ਬੈਲੂਨ ਹੈ ਜਿਹੜਾ ਹਮੇਸ਼ਾ ਹੀ ਜਦੋਂ ਅਸੀਂ ਇਹਨੂੰ ਫੁਲਾਉਂਦੇ ਹਾਂ ਤਾਂ ਉਹ ਸਫੈਰੀਕਲ ਰਹਿੰਦਾ। ਸਫੈਰੀਕਲ ਮਤਲਬ ਗੋਲੇ ਦੀ ਫਾਰਮ 'ਚ ਰਹਿੰਦਾ, ਤੇ ਉਹਦਾ ਡਾਇਮੀਟਰ ਸਾਨੂੰ d ਦੀ ਵੈਲਿਊ ਦਿੱਤੀ ਹੋਈ ਹੈ। ਹੈਜ਼ ਵੇਰੀਏਬਲ ਡਾਇਮੀਟਰ ਚੇਂਜ ਹੋ ਰਿਹਾ ਹੈ, ਕਿਉਂਕਿ ਜਦੋਂ ਆਪਾਂ ਨੂੰ ਫੁਲਾਵਾਂਗੇ ਡਾਇਮੀਟਰ ਚੇਂਜ ਹੋਏਗਾ, ਤਾਂ ਉਹਦਾ ਡਾਇਮੀਟਰ ਦਾ ਫਾਰਮੂਲਾ ਡਾਇਮੀਟਰ ਸਾਨੂੰ ਗਿਵਨ ਹੈ। ਅਸੀਂ ਫਾਈਂਡ ਕਰਨਾ ਰੇਟ ਆਫ ਚੇਂਜ ਆਫ ਇਟਸ ਵੋਲਿਊਮ ਵਿਦ ਰਿਸਪੈਕਟ ਟੂ x, ਯਾਨੀ dv/dx ਫਾਈਂਡ ਕਰਨਾ। ਤਾਂ ਡਾਇਮੀਟਰ ਸਾਨੂੰ ਦਿੱਤਾ ਹੋਇਆ ਸੀ d ਇਕੁਅਲ ਟੂ ਦਿਸ r ਕੱਢਾਂਗੇ। r ਕਿਉਂ ਕੱਢਾਂਗੇ, ਕਿਉਂਕਿ ਜਦੋਂ ਅਸੀਂ ਵੋਲਿਊਮ ਕੱਢਣਾ, ਵੋਲਿਊਮ ਦੇ ਵਿੱਚ ਤਾਂ ਹਮੇਸ਼ਾ r ਦੀ ਵੈਲਿਊ ਭਰੀ ਜਾਂਦੀ ਹੈ, d ਦੀ ਨਹੀਂ ਭਰੀ ਜਾਂਦੀ। ਤਾਂ ਅਸੀਂ ਇਹਨੂੰ r ਫਾਈਂਡ ਕਰਾਂਗੇ। r ਕੀ ਹੁੰਦਾ, d ਦਾ ਹਾਫ ਹੁੰਦਾ, ਤਾਂ ਇਹਨੂੰ 1/2 ਨਾਲ ਮਲਟੀਪਲਾਈ ਕਰਦੇ ਹਾਂ। ਆਹ ਸਾਡੇ ਕੋਲ ਸੀਗਾ ਦੇਖੋ 3/2, ਇਹਨੂੰ ਜਦੋਂ ਅਸੀਂ 1/2 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਹੋ ਜਾਊਗਾ 3/4 ਹੋ ਜਾਊਗਾ। ਤਾਂ ਹੀ ਹੈ 3/4 ਹੋ ਗਿਆ, ਤੇ ਇੱਧਰ ਆ ਗਿਆ। ਹੁਣ ਇੱਥੇ v ਦੀ ਵੈਲਿਊ ਕੀ ਹੁੰਦੀ ਹੈ 4/3 πr³। ਇਹਦੇ 'ਚ ਅਸੀਂ r ਦੀ ਵੈਲਿਊ ਪੁੱਟ ਕਰਦੇ ਹਾਂ ਜਿਹੜੀ ਇੱਥੇ ਅਸੀਂ ਲਿਖੀ ਹੈ, ਤਾਂ ਹੋ ਜਾਏਗਾ 3/4, ਇਹਦਾ ਸਾਰੇ ਦਾ ਕਿਊਬ ਹੋ ਜਾਏਗਾ ਜਿੰਨੀ ਵੀ r ਦੀ ਵੈਲਿਊ ਸੀ। ਹੁਣ ਇਹਨੂੰ ਖੋਲਾਂਗੇ ਬ੍ਰੈਕਟ ਨੂੰ, ਤਾਂ ਕੀ ਹੋਏਗਾ, ਇਹ ਬਾਹਰ ਹੈਗਾ 4/3 π, ਅੰਦਰੋਂ ਕੀ ਆਏਗਾ 3 ਦਾ ਕਿਊਬ 27 ਅਪੋਨ 4 ਦਾ ਕਿਊਬ 64, ਨਾਲ ਆ ਜਾਊਗਾ 2x + 1 ਦਾ ਹੋਲ ਕਿਊਬ। ਆ 4 ਨਾਲ ਕੱਟਿਆ ਗਿਆ 16, ਤੇ 3 ਨਾਲ 27 ਕੱਟਿਆ ਗਿਆ 9, ਤੇ ਆ ਗਿਆ 9/16 π, ਆ ਗਿਆ 9/16 π 2x + 1 ਦਾ ਹੋਲ ਕਿਊਬ। ਤੇ ਹੁਣ ਅਸੀਂ ਫਾਈਂਡ ਕਰਨਾ dv/dx। dv/dx ਕਰਾਂਗੇ ਤਾਂ ਪਹਿਲਾਂ ਤਾਂ 3 ਬਾਹਰ ਆਏ, ਆਹ ਤਾਂ ਸਾਰਾ ਕੌਨਸਟੈਂਟ ਹੈ, ਇੰਨਾ ਪਾਰਟ ਤਾਂ ਆਹੀ ਪਾਰਟ ਰਹਿ ਗਿਆ, ਇਹਦਾ ਡਿਫਰੈਂਸ਼ੀਏਸ਼ਨ ਕਰਨਾ। ਇਹਦਾ ਉਹੀ ਅਸੀਂ ਚੇਨ ਰੂਲ ਨਾਲ ਕਰਾਂਗੇ। ਪਹਿਲਾਂ ਤਾਂ 3 ਮੂਹਰੇ ਆਏਗਾ, 3 ਮੂਹਰੇ ਆ ਕੇ 9 ਨਾਲ ਮਲਟੀਪਲਾਈ ਹੋ ਕੇ 27/6 π, ਇਹਦੀ ਪਾਵਰ ਰਹਿ ਜਾਊਗੀ 2। ਫਿਰ ਇਹਦਾ ਫਿਰ ਡਿਫਰੈਂਸ਼ੀਏਸ਼ਨ ਕਰਾਂਗੇ, ਇਹਦਾ ਡਿਫਰੈਂਸ਼ੀਏਸ਼ਨ ਆਊਗਾ 2, ਇੱਥੇ ਲਿਖ ਲਿਆ। ਤਾਂ 2 ਹੋਰ ਇਹਦੇ ਨਾਲ ਮਲਟੀਪਲਾਈ ਹੋ ਜਾਊਗਾ। ਮਲਟੀਪਲਾਈ ਹੋਣ ਵਾਸਤੇ ਕੀ ਹੋਊਗਾ 2 ਤੇ 16 ਕੱਟੇ ਜਾਣਗੇ, 8 ਰਹਿ ਜਾਊਗਾ। ਤਾਂ 27/8 π 2x + 1 ਦਾ ਹੋਲ ਸਕੁਆਇਰ। ਆਹੀ ਅਸੀਂ ਫਾਈਂਡ ਕਰਨਾ ਸੀ। Next example is
sand is pouring from a pipe at the rate of 12 centimeter cube per second. ਸੈਂਟੀਮੀਟਰ ਕਿਊਬ ਕਾਦੀ ਯੂਨਿਟ ਹੁੰਦੀ ਹੈ ਵੋਲਿਊਮ ਦੀ, ਸੈਕਿੰਡ ਕਾਦੀ ਹੈ ਟਾਈਮ ਦੀ। ਇਹਦਾ ਮਤਲਬ ਸਾਨੂੰ dV/dt ਦਿੱਤਾ ਹੋਇਆ, dV/dt ਅਸੀਂ ਇੱਥੇ ਨੋਟ ਡਾਊਨ ਕਰ ਲਈਏ। ਠੀਕ ਹੈ, ਨੈਕਸਟ ਹੈ falling sand forms a cone on the ground in such a way that height of the cone is always 1/6 of the radius of the base. ਹਾਈਟ ਜਿਹੜਾ ਹੇਠਾਂ ਕੋਨ ਬਣ ਰਿਹਾ, ਜਦੋਂ ਸੈਂਡ ਥੱਲੇ ਡਿੱਗ ਰਹੀ ਹੈ ਤਾਂ ਥੱਲੇ ਕੀ ਬਣ ਰਿਹਾ, ਕੋਨ ਬਣ ਰਿਹਾ। ਤਾਂ ਕੋਨ ਦੀ ਜਿਹੜੀ ਹਾਈਟ ਹੈ ਉਹ ਹਮੇਸ਼ਾ ਹੀ ਇਸ ਤਰ੍ਹਾਂ ਦਾ ਕੋਨ ਬਣ ਰਿਹਾ ਵੀ ਉਹਦੀ ਹਾਈਟ ਹੈ ਜਿਹੜੀ ਹਮੇਸ਼ਾ ਰੇਡੀਅਸ ਦਾ 1/6 ਰਹਿੰਦੀ ਹੈ। ਤਾਂ ਹਾਈਟ ਇਕੁਅਲ ਟੂ 1/6 ਆਰ ਲਿਖ ਲਿਆ, ਇਹ ਤੋਂ ਆਰ ਦੀ ਵੈਲਿਊ ਕੱਢ ਲਈ, ਆਰ ਇਕੁਅਲ ਟੂ 6h। ਤੇ ਅਸੀਂ ਗਾਂ ਕੀ ਲਿਖਿਆ, ਹਾਊ ਫਾਸਟ ਦਾ ਹਾਈਟ ਆਫ ਦਾ ਕੋਨ ਇਨਕਰੀਜ਼ਿੰਗ ਵੈਨ ਹਾਈਟ ਇਜ਼ 4 ਸੈਂਟੀਮੀਟਰ। ਅਸੀਂ ਫਾਈਂਡ ਕਰਨਾ dH/dt ਐਟ h ਇਕੁਅਲ ਟੂ 4। ਤਾਂ ਸਾਡੇ ਕੋਲੇ v ਦੀ ਵੈਲਿਊ ਕੋਨ ਦੀ ਕੀ ਹੁੰਦੀ ਹੈ, ਕੋਨ ਬਣ ਰਿਹਾ ਤਾਂ ਕੋਨ ਦਾ v ਕਿੰਨਾ ਹੁੰਦਾ ਹੈ, v ਇਕੁਅਲ ਟੂ 1/3 πr²h। ਤਾਂ ਇਹਦੇ ਚ r h ਹੁਣ ਦੋ ਆ ਸਾਡੇ ਕੋਲੇ ਵੈਰੀਏਬਲ, ਦੇਖੋ r ਹੈ ਤੇ h। ਅਸੀਂ ਡਿਫਰੈਂਸ਼ੀਏਸ਼ਨ ਕਰਨਾ ਤੇ ਇੱਕ ਦੇ ਵਿਦ ਰਿਸਪੈਕਟ ਕਰ ਸਕਦੇ ਹਾਂ। ਹੁਣ h ਤਾਂ ਸਾਨੂੰ ਚਾਹੀਦਾ, ਤਾਂ ਮਤਲਬ r ਨੂੰ ਖਤਮ ਕਰ ਲਈਏ। r ਵਾਸਤੇ ਸਾਨੂੰ ਰਿਲੇਸ਼ਨ ਦਿੱਤਾ ਹੋਇਆ r ਇਕੁਅਲ ਟੂ 6h, ਉਹ ਇੱਥੇ ਭਰ ਦੇਣਾ r ਦੀ ਥਾਂ ਤੇ 6h। ਤਾਂ 6h ਦਾ ਸਕੁਆਇਰ ਹੋ ਜੂਗਾ 36h² ਹੋ ਜੂਗਾ। ਇਹਨਾਂ ਨੂੰ ਮਲਟੀਪਲਾਈ ਕਰ ਲਾਂਗੇ 3 ਤੇ 36 ਕੱਟਿਆ ਜਾਊਗਾ 12 ਆ ਜਾਊਗਾ, 12 ਪਾਈ h ਦੇ ਸਕੁਆਇਰ ਤੇ h ਦੀ ਪਾਵਰ 1h ਕਿਊਬ ਹੋ। ਤੇ dV/dh, ਹੁਣ dV/dt ਫਾਈਂਡ ਕਰਨੇ ਅਸੀਂ ਵਿਦ ਰਿਸਪੈਕਟ ਟੂ t ਡਿਫਰੈਂਸ਼ੀਏਟ ਕਰਦੇ ਹਾਂ। ਤਾਂ dV/dt ਕਾਹਦੇ ਹੋ ਜਾਏਗਾ, ਆ ਤਾਂ ਕਾਂਸਟੈਂਟ ਹੈ 12h, ਇਹਨੂੰ ਤਾਂ ਬਾਹਰ ਛੱਡ ਦਿਓ। h ਕਿਊਬ ਦਾ ਡਿਫਰੈਂਸ਼ੀਏਸ਼ਨ 3h² dH/dt। ਹੁਣ dH/dt ਤਾਂ ਅਸੀਂ ਫਾਈਂਡ ਕਰਨਾ ਹੈ, dV/dt ਸਾਨੂੰ ਗਿਵਨ ਹੈ। ਅਸੀਂ ਕੀ ਕਰੀਏ, ਇਹਨੂੰ ਉੱਧਰ ਲੈ ਜਾਂਦੇ ਸਾਰੇ ਨੂੰ, ਉੱਧਰ ਲੈ ਜਾਵਾਂਗੇ ਤਾਂ ਕੀ ਹੋ ਜਾਊਗਾ, ਇਹ ਹੈਗਾ 36 πh², ਉੱਧਰ ਜਾ ਕੇ 1/, ਹੋ ਜਾਊਗਾ। ਤਾਂ dH/dt ਤਾਂ ਅਸੀਂ ਇੱਧਰ ਲਿਖ ਲਿਆ, dV/dt ਆ ਉੱਧਰ ਜਾ ਕੇ ਡਿਵਾਈਡ ਹੋ ਗਿਆ 1/36 πh² dV/dt। ਤੇ dV/dt ਦੀ ਜੋ ਵੈਲਿਊ ਦਿੱਤੀ ਇੱਥੇ ਭਰਤੀ, ਆ 12 ਹੈ ਜਿਹੜਾ 36 ਨਾਲ ਕੱਟ ਕੇ 3 ਆ ਗਿਆ। ਹੁਣ ਅਸੀਂ dH/dt at h equals to 4 ਫਾਈਂਡ ਕਰਨਾ ਸੀ, ਤਾਂ h ਦੀ ਥਾਂ ਤੇ 4 ਭਰ ਦੇंगे। ਤਾਂ 4 ਭਰਾਂਗੇ ਤਾਂ ਕੀ ਹੋ ਜਾਊਗਾ, 4 ਦਾ ਸਕੁਆਇਰ 16 ਹੋ ਜਾਊਗਾ। ਤਾਂ ਹੋ ਜਾਊਗਾ 1/48 ਪਾਈ ਸੈਂਟੀਮੀਟਰ ਪਰ ਸੈਕਿੰਡ। ਇਹ ਅਸੀਂ ਫਾਈਂਡ ਕਰਨਾ ਸੀ। ਇਸੇ ਦੇ ਨਾਲ ਹੀ ਆਪਣੇ ਫਸਟ ਜਿਹੜਾ ਸਾਡਾ ਐਪਲੀਕੇਸ਼ਨ ਸੀਗਾ ਰੇਟ ਆਫ ਚੇਂਜ ਆਫ ਕੁਆਂਟੀਟੀਜ਼, ਉਹ ਸਾਡਾ ਸਮਾਪਤ ਹੁੰਦਾ ਹੈ। ਇਹਦੇ ਨਾਲ ਰਿਲੇਟਡ ਕੁਐਸਚਨਸ NCERT ਬੁੱਕ ਦੇ ਵਿੱਚੋਂ ਤੁਸੀਂ ਸਾਰਿਆਂ ਨੇ ਕਰ ਲੈਣੇ ਆ। ਆਲਮੋਸਟ ਜਿਹੜੇ ਔਖੇ ਕੁਐਸਚਨ ਸੀ ਉਹ ਆਪਾਂ ਡਿਸਕਸ ਕਰ ਲਏ ਹੈਗੇ। ਬਾਕੀ ਦੇ ਕੁਐਸਚਨਸ ਜਿਹੜੇ ਇਹਦੇ ਨਾਲ ਦੀ ਆ ਉਹ ਤੁਸੀਂ ਆਪਣੇ ਆਪ ਕਰ ਲਓ। ਥੈਂਕਸ।